ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜਦੋਂ ਇਹ ਬਿੱਲ ਪਾਸ ਹੋਇਆ ਉਦੋਂ ਨਹੀਂ ਬੋਲੀ, ਸੁਖਬੀਰ ਬਾਦਲ ਵੀ ਵਿੱਚ ਹੈ ਉਦੋਂ ਨਹੀਂ ਬੋਲੇ, ਪਰ ਹੁਣ ਜਦੋਂ ਵੇਖਿਆ ਕਿ ਸਾਡੇ ਥੱਲਿਓਂ ਇਹ ਜਿਹੜਾ ਵੋਟ ਬੈਂਕ ਹੈ, ਇਹ ਜਿਹੜੀ ਰਾਜਨੀਤਿਕ ਜ਼ਮੀਨ ਹੈ, ਇਹ ਖਿਸਕਦੀ ਰਹੀ ਹੈ, ਜਾ ਰਹੀ ਹੈ, ਤੇ ਫਿਰ ਉਹ ਇੱਕਦਮ ਛਾਲਾ ਮਾਰ ਕੇ ਆ ਗਏ। 9 ਮਾਸ ਦੇ ਰਿਸ਼ਤੇ ਵੀ ਟੁੱਟ ਗਏ। ਜਿਹੜੇ ਇਹ ਸਾਰੇ MLA ਇਕੱਠੇ ਹੋ ਕੇ ਗਏ ਨੇ, ਹੁਣ ਉਹ ਰਾਸ਼ਟਰਪਤੀ ਕੋਲ ਵੀ ਜਾ ਰਹੇ ਨੇ। ਇਹ ਸਾਡੀ ਕਿਸਾਨਾਂ ਦੀ ਇੱਕ ਪ੍ਰਾਪਤੀ ਹੈ। ਗੈਰ ਭਾਜਪਾਈ ਸਰਕਾਰਾਂ ਨੇ ਇਹ ਖਬਰਾਂ ਅੱਜ ਵੀ ਅਖਬਾਰਾਂ 'ਚ ਆਈਆਂ ਵੀ ਉਹ ਵੀ ਪੰਜਾਬ ਤਰ੍ਹਾਂ ਇਹ ਮਤੇ ਲਿਆਉਣ ਦੀ ਮਤਲਬ ਕਿ ਜਿਹੜੀ ਆ ਉਹਨਾਂ 'ਚ ਵੀ ਇੱਕ ਰਵਾਇਤ ਜਿਹੜੀ ਆ ਚੱਲਣ ਦੀ ਸੰਭਾਵਨਾ ਹੈ। ਤੁਸੀਂ ਸਾਡੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚੋਂ ਵੋਟ ਬੈਂਕ ਹਾਸਲ ਕਰਨਾ ਚਾਹੁੰਦੇ ਹੋ, ਪਰ ਤੁਹਾਡੀ ਇਹ ਪਲੈਨਿੰਗ ਸਿਰੇ ਨਹੀਂ ਚੜੇਗੀ। ਬੰਦੇ ਦੇ ਪੁੱਤ ਬਣੋ ਤੇ ਕਿਸੇ ਢੰਗ ਨਾਲ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਾਂ ਤਜਿੰਦਰ ਸਿੰਘ। ਅੰਮ੍ਰਿਤਸਰ ਦੀ ਧਰਤੀ ਤੋਂ ਤੁਹਾਨੂੰ ਦੁਬਾਰਾ ਜੋੜ ਰਹੇ ਹਾਂ ਕਿਉਂਕਿ ਕਈ ਦਿਨ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਹੋਇਆ। ਬੜੀਆਂ ਮੀਟਿੰਗਾਂ ਹੋਈਆਂ, ਆਪਸੀ ਵੀ ਤੇ ਸਰਕਾਰ ਦੇ ਨਾਲ ਵੀ ਬੈਠਣ ਦੀ ਗੱਲਬਾਤ ਚੱਲੀ। ਇੱਕ ਮੀਟਿੰਗ ਜਿਹੜੀ ਕਿ ਪਹਿਲਾਂ ਸਰਕਾਰ ਨੇ ਬੁਲਾਈ ਸੀ, ਉਸ ਮੀਟਿੰਗ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਸੀ। ਦੂਜੀ ਮੀਟਿੰਗ ਫਿਰ ਬੁਲਾਈ ਜਾਂਦੀ ਆ, ਉਹਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚਦੀਆਂ ਤੇ ਨਿਰਾਸ਼ਾ ਲੈ ਕੇ ਵਾਪਸ ਪਹੁੰਚਦੀਆਂ। ਪਰ ਜਦੋਂ ਵਾਪਸੀ ਹੁੰਦੀ ਆ ਤੇ ਰੋਸ ਹੁੰਦਾ ਤੇ ਨਾਲ ਉਹ ਕਿਹਾ ਜਾਂਦਾ ਕਿ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਉਹ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਜਿੱਥੇ ਕਿ ਮੋਰਚੇ ਲੱਗੇ ਸੀ ਥਾਂ ਦੇ ਉੱਤੇ, ਉੱਥੇ ਇੱਕ ਮੋਰਚੇ 'ਚ ਹੋਰ ਵਾਧਾ ਹੋ ਗਿਆ। ਅੰਮ੍ਰਿਤਸਰ ਦੇ ਦਾ ਮਾਲ ਆਫ ਅੰਮ੍ਰਿਤਸਰ ਦੇ ਬਾਹਰ ਦੇ ਵਿੱਚ ਮੋਰਚਾ ਲਾ ਦਿੱਤਾ ਗਿਆ। ਚੰਡੀਗੜ੍ਹ ਤੋਂ ਜਾਂ ਆਪਾਂ ਦਿੱਲੀ ਦੇ ਸੁਨੇਹਿਆਂ ਦੀ ਗੱਲ ਕਰਦੇ ਹਾਂ, ਜਦੋਂ ਵੀ ਸੁਨੇਹੇ ਮਿਲੇ ਉਹਨਾਂ ਵੱਲੋਂ ਪਹਿਲੀ ਮੀਟਿੰਗ ਤੋਂ ਦੂਜੀ ਮੀਟਿੰਗ ਦੇ ਵਿੱਚੋਂ ਜਦੋਂ ਕੁਝ ਹਾਸਲ ਨਹੀਂ ਹੋ ਸਕਿਆ, ਉਸ ਤੋਂ ਬਾਅਦ 'ਚ ਰੋਸ ਨੂੰ ਹੋਰ ਤੇਜ਼ ਕੀਤਾ ਗਿਆ। ਰੋਸ ਧਰਨੇ ਤੇ ਥਾਂ ਤੇ ਅਜੇ ਪਿੰਡ ਦੇਵੀ ਦਿਆਸਪੁਰ ਦੀ ਗੱਲ ਕਰਦੇ ਹਾਂ ਤੇ ਲਗਾਤਾਰ ਉੱਥੇ ਟ੍ਰੇਨਾਂ ਰੋਕੀਆਂ ਗਈਆਂ ਵਾ ਤੇ ਰੇਲਵੇ ਟਰੈਕ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਬੈਠੇ ਹੈਗੇ ਆ। ਜੇ ਸ਼ੰਭੂ ਬਾਰਡਰ ਦੀ ਗੱਲ ਕਰਦੇ ਹਾਂ, ਕਲਾਕਾਰ ਭਾਈਚਾਰੇ ਦਾ ਇੱਕ ਵੱਡਾ ਸਹਿਯੋਗ ਆ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਸ ਜਗ੍ਹਾ ਦੇ ਉੱਤੇ ਵੀ ਪੱਕੇ ਮੋਰਚੇ ਲਾਏ ਆ। ਤੇ ਜੇ ਆਪਾਂ ਇਕੱਲੇ ਸ਼ਹਿਰ ਦੀ ਗੱਲ ਕਰੀਏ ਤੇ ਕੋਈ ਵੀ ਪੰਜਾਬ ਦਾ ਇਹੋ ਜਿਹਾ ਸ਼ਹਿਰ ਨਹੀਂ ਹੈਗਾ ਜਿੱਥੇ ਰੋਜ਼ਾਨਾ ਦੀਆਂ ਖਬਰਾਂ ਨਹੀਂ ਹੈਗੀਆਂ ਕਿ ਇੱਥੇ ਮੋਰਚਾ ਲੱਗਾ, ਇੱਥੇ ਰੇਲਾਂ ਰੋਕੀਆਂ ਤੇ ਜਾਂ ਕਿਤੇ 2 ਘੰਟੇ 4 ਘੰਟੇ ਦਾ ਚੱਕਾ ਜਾਮ ਕਰ ਦਿੱਤਾ ਜਾਂਦਾ, ਕੇਵਲ ਸਰਕਾਰ ਦੇ ਕੰਨ ਖੋਲ੍ਹਣ ਵਾਸਤੇ, ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ। ਕੱਲ੍ਹ ਫਿਰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੁੰਦੀ ਆ। ਕਿਸਾਨ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ ਆ, ਉਹਦੇ ਵਿੱਚ ਕੀ ਗੱਲਬਾਤ ਹੋਈ ਤੇ ਅੱਗੇ ਕਿਹੋ ਜਿਹਾ ਸੰਘਰਸ਼ ਹੋਊਗਾ, ਇਹ ਸਾਰੀ ਗੱਲਬਾਤ ਆਪਾਂ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੱਲ੍ਹ ਉਹ ਮੀਟਿੰਗ ਦਾ ਹਿੱਸਾ ਸੀ, ਉਸ ਮੀਟਿੰਗ 'ਚ ਕੀ ਵਿਚਾਰ ਵਟਾਂਦਰਾ ਹੋਇਆ। ਪਹਿਲੋਂ ਸਿਰਸਾ ਸਾਹਿਬ ਨੂੰ ਫਤਿਹ ਦੀ ਸਾਂਝ ਪਾਉਂਦੇ ਆ। ਸਿਰਸਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਟਿੰਗ ਦਾ ਹਿੱਸਾ ਸੀ ਤੁਸੀਂ ਵੀ ਕੱਲ੍ਹ, ਕੀ ਰਣਨੀਤੀ ਪਲਾਨ ਕੀਤੀ ਗਈ, ਅਗਲੇ ਪ੍ਰੋਗਰਾਮ ਕਿਹੋ ਜਿਹੇ ਹੋ ਸਕਦੇ ਆ? ਕੱਲ੍ਹ ਦੀ ਜੋ ਸਾਡੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ 'ਚ ਹੋਈ ਹੈ, ਉਹ ਬਹੁਤ ਲੰਬਾ ਸਮਾਂ ਸਾਡੀ 30 ਕਿਸਾਨ ਜਥੀਆਂ ਬੰਦੇ ਜਿਹੜੀਆਂ ਕਿ ਅਸੀਂ ਰਲ ਕੇ ਚੱਲ ਰਹੀਆਂ, ਉਹਦੇ ਵਿੱਚ ਅਸੀਂ ਹੁਣ ਤੱਕ ਦਾ ਜਿਹੜਾ ਸੀ ਉਹ ਸਾਰਾ ਵਿਚਾਰ ਚਰਚਾ ਜਿਹੜੀ ਸੀ ਉਸ ਮੀਟਿੰਗ ਦੇ ਵਿੱਚ ਕੀਤੀ। ਕੇਂਦਰ ਨੇ ਸਾਡੇ ਨਾਲ ਕੀ ਕੀਤਾ, ਸਾਡੇ ਨਾਲ ਪੰਜਾਬ ਸਰਕਾਰ ਜਿਹੜੀ ਆ ਉਹ ਕਿੰਨਾ ਕੁ ਸਾਡੀ ਗੱਲ ਨੂੰ ਲੈ ਕੇ ਗੰਭੀਰ ਹੈ, ਜਾਂ ਜਿਹੜੇ ਉਹਨਾਂ ਨੇ ਜਿਹੜੇ ਮਤੇ ਪਰਸੋਂ ਲਿਆਂਦੇ ਸਨ ਵੀ ਉਹਨਾਂ ਮਤਿਆਂ ਦਾ ਸਾਡੇ 'ਤੇ ਸਾਨੂੰ ਕਿੰਨਾ ਕੁ ਫਾਇਦਾ ਹੋਏਗਾ। ਇਹ 'ਤੇ ਬਹੁਤ ਗੰਭੀਰਤਾ ਨਾਲ ਫੈਸਲੇ ਵਿਚਾਰ ਕਰਕੇ ਤੇ ਫਿਰ ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਵਪਾਰੀ ਵਰਗ ਵੱਲੋਂ, ਆਮ ਲੋਕਾਂ ਵੱਲੋਂ ਸਾਨੂੰ ਇੱਕ ਅਪੀਲ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਜਿਹੜੀਆਂ ਮਾਲ ਗੱਡੀਆਂ ਨੇ ਇਹਨਾਂ ਨੂੰ ਛੋੜ ਦਿੱਤੀ ਜਾਵੇ। ਅਸੀਂ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਸੀ ਮਾਲ ਗੱਡੀਆਂ ਨੂੰ 15 ਤਰੀਕ ਤੱਕ ਦਾ ਅਲਟੀਮੇਟਮ ਦੇ ਕੇ ਤੇ ਅਸੀਂ ਛੋੜ ਦੇ ਦਿੱਤੀ ਹੈ। 5 ਤਰੀਕ ਤੱਕ ਹੈਗਾ ਅੱਗੇ, ਤੇ 5 ਤਰੀਕ ਤੱਕ ਜੇ ਤਾਂ ਸਾਡਾ ਹੱਲ ਕਰ ਦਿੰਦੇ ਆ ਠੀਕ ਹੈ, ਨਹੀਂ ਤਾਂ ਅਸੀਂ 4 ਨਵੰਬਰ ਨੂੰ
ਕਿਸਾਨ ਭਵਨ ਚੰਡੀਗੜ੍ਹ 'ਚ ਹੀ ਮੀਟਿੰਗ ਬੁਲਾ ਕੇ ਤੇ ਅਗਲਾ ਜਿਹੜਾ ਸੰਘਰਸ਼ ਹੈ ਉਹਨੂੰ ਕਿਸ ਪਾਸੇ ਕਿਸ ਢੰਗ ਨਾਲ ਚਲਾਉਣਾ ਹੈ, ਉਹਦੀ ਕੀ ਰੂਪ ਰੇਖਾ ਹੋਏਗੀ, ਉਹਦੇ ਵਿੱਚ ਵਿਚਾਰ ਚਰਚਾ ਕਰਕੇ ਹੀ ਫਿਰ ਅਗਲਾ ਫੈਸਲਾ ਲਿਆ ਜਾਏਗਾ। ਪਰ ਉਸ ਤੋਂ ਪਹਿਲਾਂ ਕੀ ਕਰਨਾ ਹੈ, ਉਹਦੇ ਵਿੱਚ ਜਿਸ ਤਰ੍ਹਾਂ ਕਿ ਸਾਡਾ ਇਹ ਫੈਸਲਾ ਸੀ ਕਿ ਜਿਹੜੇ ਸਾਡੇ ਇਹ ਮਾਲ ਗੱਡੀਆਂ ਨੂੰ ਛੱਡ ਕੇ ਜਿਹੜੀਆਂ ਪੈਸੇਂਜਰ ਗੱਡੀਆਂ ਨੇ ਉਹ ਬੰਦ ਰਹਿਣਗੀਆਂ। ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ, ਜਿਹੜੇ ਸਾਡੇ ਵਰਕਰ ਸਾਹਿਬਾਨ ਰੇਲਵੇ ਟਰੈਕ ਤੇ ਬੈਠੇ ਨੇ, ਉਹ ਪਲੇਟਫਾਰਮਾਂ ਤੇ ਇੱਕ ਸਾਈਡ ਦੇ ਉੱਤੇ ਹੋ ਕੇ ਤੇ ਉੱਥੇ ਬੈਠ ਜਾਣਗੇ। ਪਰ ਇਹ ਸ਼ਰਤ ਹੋਏਗੀ ਕਿ ਉਹ ਪੈਸੇਂਜਰ ਗੱਡੀ ਜਿਹੜੀ ਆ ਕਿਸੇ ਵੀ ਸਟੇਸ਼ਨ ਤੋਂ ਨਹੀਂ ਲੰਘਣ ਦੇਣਗੇ। ਇਹ ਸਾਡਾ ਫੈਸਲਾ। ਦੂਸਰਾ ਇਹ ਕਿ ਜਿਹੜੇ ਅਸੀਂ ਬੀਜੇਪੀ ਦੇ ਜਿਹੜੇ ਲੀਡਰ, ਜੋ ਕਿ ਪਹਿਲਾਂ ਫੈਸਲੇ ਦੇ ਕੀਤੇ ਮੁਤਾਬਕ ਬੀਜੇਪੀ ਦੇ ਜਿਹੜੇ ਲੀਡਰ ਨੇ, ਉਹਨਾਂ ਦੇ ਘਰਾਓ, ਉਹਨਾਂ ਦੇ ਘਰਾਂ ਅੱਗੇ ਧਰਨੇ ਉਸੇ ਤਰ੍ਹਾਂ ਜਾਰੀ ਰਹਿਣਗੇ ਔਰ ਇਹਨਾਂ ਹੋਰ ਵੀ ਇਹ 'ਚ ਵਾਧਾ ਕੀਤਾ ਜਾਏਗਾ। ਇਸੇ ਤਰ੍ਹਾਂ ਜਿਹੜੇ ਮਾਲ ਨੇ, ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਕਿ ਅਲਫਾ A1 ਨਾਂ ਦੇ ਨਾਲ ਜਿਹੜਾ ਇਹ ਜ਼ਿਆਦਾ ਮਸ਼ਹੂਰ ਹੈ। ਇਹ ਅੰਮ੍ਰਿਤਸਰ ਜਲੰਧਰ ਮੇਨ ਹਾਈਵੇ ਰੋਡ ਤੇ ਹੈ, ਜਿਹਦੇ ਗੇਟ ਅੱਗੇ ਆਪਾਂ ਬੈਠੇ ਹਾਂ। ਇਹ 6ਵਾਂ ਦਿਨ ਸਾਨੂੰ ਹੋ ਗਿਆ ਬੈਠਿਆਂ ਨੂੰ, ਇਹ ਵੀ ਬੈਠੇ ਹਾਂ। ਹੋਰ ਵੀ ਇਹ ਕੱਲ੍ਹ ਵਿਚਾਰ ਹੋਈ ਸੀ ਵੀ ਜਿੱਥੇ ਜਿੱਥੇ ਵੀ ਇਹਨਾਂ ਦੇ ਮਾਲ ਹਨ, ਵੱਧ ਤੋਂ ਵੱਧ ਇਹਨਾਂ ਦੇ ਮਾਲ ਜਿਹੜੇ ਨੇ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਕਾਰਪੋਰੇਟ ਘਰਾਣੇ ਨੇ, ਕਿਉਂਕਿ ਜਿੱਥੇ ਅੰਬਾਨੀ ਤੇ ਅਡਾਨੀ, ਬਿਰਲੇ, ਟਾਟੇ, ਇਹ ਜਿਹੜੇ ਵੀ ਸਰਮਾਏਦਾਰ ਲੋਕ ਨੇ, ਇਹਨਾਂ ਦੇ ਜਿਹੜੀਆਂ ਇਹ ਮਾਲ ਨੇ ਇਸ ਤਰ੍ਹਾਂ ਦੇ, ਉਹਨਾਂ ਨੂੰ ਜਿਹੜਾ ਉਹ ਰੋਕਿਆ ਜਾਵੇ। ਕਿਉਂਕਿ ਇਹ ਮਾਲ ਜਿਹੜੇ ਨੇ, ਇਹਨਾਂ ਦੇ ਰੋਕਣ ਦੇ ਨਾਲ ਸਾਡਾ ਮਨੋਰਥ ਇਹ ਸੀ ਕਿ ਜਿਸ ਤਰ੍ਹਾਂ ਸਾਨੂੰ ਉੱਥੇ ਦਿੱਲੀ 'ਚ ਸੱਦ ਕੇ ਇਹਨਾਂ ਨੇ ਸਾਨੂੰ ਬੇਪਤ ਕੀਤਾ ਹੈ, ਸਾਡੀ ਗੱਲ ਤਾਂ ਨਹੀਂ ਸੁਣੀ, ਪਰ ਜਦੋਂ ਇਹਨਾਂ ਲੋਕਾਂ ਦੇ ਕਾਰੋਬਾਰ ਬੰਦ ਹੋਣਗੇ, ਇਹਨਾਂ ਦੀ ਫਿਰ ਕੇਂਦਰ ਜਿਹੜਾ ਮੋਦੀ ਹੈ, ਜੋ ਕਿ ਇਹਨਾਂ ਦੇ ਜਿਸ ਤਰ੍ਹਾਂ ਕਿ ਆਮ ਤੌਰ 'ਤੇ ਮਦਾਰੀ ਜਿਹੜਾ ਹੁੰਦਾ ਨਾ, ਤੁਸੀਂ ਵੇਖਿਆ ਹੋਵੇਗਾ ਕਿ ਮਦਾਰੀ ਆਉਂਦਾ, ਉਹਦੇ ਹੱਥ ਦੇ ਵਿੱਚ 2 ਜਾਨਵਰ ਹੁੰਦੇ ਆ, ਇੱਕ ਬਾਂਦਰ ਹੁੰਦਾ, ਇੱਕ ਰਿੱਛ ਹੁੰਦਾ, ਅਤੇ ਉਹਨਾਂ ਦੀਆਂ ਰੱਸੀਆਂ ਮਦਾਰੀ ਦੇ ਹੱਥ 'ਚ ਹੁੰਦੀਆਂ ਨੇ। ਇੱਕ ਹੱਥ 'ਚ ਉਹਦੇ ਡੁਗਡੁਗੀ ਹੁੰਦੀ ਹੈ। ਉਹ ਜਦੋਂ ਉਹਨੂੰ ਡੁਗਡੁਗੀ ਵਜਾਉਂਦਾ ਬਾਂਦਰ ਅੱਗੇ ਦਾ ਰਿੱਛ ਅੱਗੇ, ਅਤੇ ਫਿਰ ਉਹ ਨੱਚਦੇ ਨੇ। ਇਹ ਜਿਹੜੇ ਇਸ ਟਾਈਮ 'ਤੇ ਅਫਸੋਸ ਨਾਲ ਕਹਾਂਗਾ ਵੀ ਇਹ ਸਾਡੇ ਦੇਸ਼ ਦੇ ਰਾਜਕਰਤਾ ਲੋਕ, ਜਿਨ੍ਹਾਂ ਨੂੰ ਅਸੀਂ ਸਲੂਟ ਕਰਨਾ ਸੀ, ਉਹਨਾਂ ਨੂੰ ਅਸੀਂ ਇਹ ਸ਼ਬਦਾਂ ਦੇ ਨਾਲ ਸੰਬੋਧਨ ਕਰ ਰਹੇ ਹਾਂ। ਪਰ ਅਸੀਂ ਦੁਖੀ ਮੰਨਣਾ, ਕਿਉਂਕਿ ਇਹਨਾਂ ਨੇ ਸਾਡੇ ਆਉਣ ਵਾਲੇ ਭਵਿੱਖ ਨੂੰ ਬਹੁਤ ਧੁੰਦਲਾ ਕਰਤਾ, ਖਤਮ ਕਰਨ ਦੀ ਤੁਲੇ ਹੋਏ ਨੇ, ਜਿਸ ਕਰਕੇ ਇਹਨਾਂ ਦੇ ਪ੍ਰਤੀ ਅਸੀਂ ਇਹਨਾਂ ਸ਼ਬਦਾਂ ਦੀ ਜਿਹੜੀ ਆ ਉਹ ਵਰਤੋਂ ਕਰ ਰਹੇ ਹਾਂ। ਵੈਸੇ ਇਹ ਅਸੀਂ ਦੁਖੀ ਮੰਨਣਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਾਡੇ ਲੀਡਰ ਨੇ। ਪੰਜਾਬ ਸਰਕਾਰ ਵੱਲੋਂ ਜਿਹੜੇ ਮਤੇ ਪਾਏ ਗਏ ਆ, ਜੋ ਵੀ ਹੋਇਆ ਉਹਦੇ ਵਿੱਚ ਕਿਵੇਂ ਵੇਖਦੇ ਆ? ਸਾਰੇ ਐਮਐਲਏ ਇਕਮੁੱਠ ਸੀ, ਕੇਵਲ 2 ਭਾਜਪਾਈ ਨੇਤਾ ਨਹੀਂ ਪਹੁੰਚੇ ਉੱਥੇ, ਐਮਐਲਏ ਨਹੀਂ ਪਹੁੰਚੇ। ਬਾਕੀ ਅਕਾਲੀ ਦਲ ਦੀ ਗੱਲ ਕਰਦੇ ਆ, ਬੈਂਸ ਭਰਾਵਾਂ ਦੀ ਗੱਲ ਕਰਦੇ ਆ, ਆਮ ਆਦਮੀ ਪਾਰਟੀ, ਸਾਰੇ ਇਕਮੁੱਠ ਸੀ ਤੇ ਉਹਨੇ ਇੱਕ ਵੱਡਾ ਫੈਸਲਾ ਲੈ ਗਿਆ। ਉਹ ਫੈਸਲੇ ਨੂੰ ਕਿਵੇਂ ਵੇਖਦੇ ਜੀ? ਉਹ ਮੈਂ ਥੋੜ੍ਹੀ ਜਿਹੀ ਗੱਲ ਪਹਿਲੀ ਰਹਿ ਗਈ ਵੀ ਇਹ ਜਿਹੜੇ ਮਾਲ ਨੇ, ਇਹ ਇਸ ਕਰਕੇ ਅਸੀਂ ਘੇਰ ਰਹੇ ਹਾਂ ਅਤੇ ਇਹਨਾਂ ਨੂੰ ਹੋਰ ਵੀ ਵਧਾ ਰਹੇ ਹਾਂ। ਅਤੇ ਜਿਹੜੀ ਗੱਲ ਤੁਸੀਂ ਇਹ ਕੀਤੀ ਆ ਵੀ ਇਹਨਾਂ ਦੀ ਗੱਲ ਜਿਹੜੀ ਆ ਉਹ ਮੰਨਣਗੇ। ਅਗਲੀ ਗੱਲ ਜਿਹੜਾ ਤੁਸੀਂ ਸਵਾਲ ਇਹ ਕੀਤਾ ਹੈ ਕਿ ਜਿਹੜਾ ਪਰਸੋਂ ਜਿਸ ਤਰ੍ਹਾਂ ਪੰਜਾਬ ਅਸੈਂਬਲੀ ਹਾਊਸ ਦੇ ਵਿੱਚ ਤੁਸੀਂ ਵੇਖਿਆ ਕਿ ਉੱਥੇ ਸਾਰਿਆਂ ਨੇ ਸਹਿਮਤੀ ਦੇ ਨਾਲ ਜਿਹੜਾ ਸੀ ਉਹ ਮਤੇ ਲਿਆਂਦੇ ਨੇ, ਔਰ ਉਹ ਮਤੇ ਲਿਆਉਣ ਤੋਂ ਬਾਅਦ ਉਹਨਾਂ ਨੇ ਫਿਰ ਉਹ ਸਾਰੇ ਗਵਰਨਰ ਦੇ ਕੋਲ ਇਕੱਠੇ ਹੋ ਕੇ ਗਏ ਨੇ 115 ML। ਅਫਸੋਸ ਇਸ ਗੱਲ ਦਾ ਕਿ ਬੀਜੇਪੀ ਦੇ 2 MLA ਨੇ, ਉਹ ਦੋਵੇਂ ਹੀ ਨਹੀਂ ਗਏ। ਉਹਨਾਂ ਦੋਵਾਂ ਦਾ ਨਾ ਜਾਣ ਦਾ ਕਾਰਨ ਇਹ ਸਪਸ਼ਟ ਹੈ ਕਿ ਉਹ ਮੋਦੀ ਭਗਤ ਨੇ। ਹੁਣ ਇਹ ਜਿਹੜੇ ਮੋਦੀ ਭਗਤ ਇੱਥੇ ਪੰਜਾਬ 'ਚ ਰਹਿ ਰਹੇ ਨੇ, ਇਹਨਾਂ ਲੋਕਾਂ ਨੂੰ ਅਸੀਂ ਪੁੱਛਾਂਗੇ ਭਈ ਤੁਸੀਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਲਈਆਂ, ਔਰ ਵੋਟਾਂ ਲੈ ਕੇ ਤੁਸੀਂ ਪੰਜਾਬ ਅਸੈਂਬਲੀ ਹਾਊਸ, ਇਸੇ ਤਰ੍ਹਾਂ ਮੈਂਬਰ ਪਾਰਲੀਮੈਂਟ, ਰਾਜ ਸਭਾ ਮੈਂਬਰ, ਇਹ ਤੁਸੀਂ ਪੰਜਾਬ ਤੋਂ ਬਣ ਕੇ ਪੰਜਾਬ ਦੇ ਹੱਕਾਂ ਦੀ ਗੱਲ ਹੀ ਕਰ ਰਹੇ। ਤਾਂ ਹੀ ਤਾਂ ਇਸ ਸੰਘਰਸ਼ ਨੂੰ ਤੇਜ਼ ਕਰਕੇ ਇਹਨੇ ਕਰ ਰਹੇ ਆ। ਪਰ ਇੱਥੇ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਕੰਮ ਕੀਤਾ ਹੈ ਔਰ ਰਾਸ਼ਟਰਪਤੀ ਤੱਕ ਵੀ ਉਹ ਪਹੁੰਚ ਕਰ ਰਹੇ ਨੇ, ਇਹ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਕੋ ਕੰਮ ਕਰਦਾ ਹੈ। ਉਹਨਾਂ ਕੁ ਅਸੀਂ ਉਹਨੂੰ ਸ਼ਾਬਾਸ਼ੀ ਵੀ ਦਿੰਦੇ ਹਾਂ ਉਹਦੇ ਕਿ ਉਹ ਸਾਡੇ ਪਿੱਛੇ ਹੈ, ਕਿਉਂਕਿ ਇਹ ਸਮਝਦੇ ਹਾਂ ਅਸੀਂ ਕਿ ਇਹ ਸਾਡੀ ਕਿਸਾਨਾਂ ਦੀ ਇੱਕ ਬੜੀ ਵੱਡੀ ਪ੍ਰਾਪਤੀ ਆ। ਜਿਸ ਤਰ੍ਹਾਂ ਸਰਦਾਰ ਤੇਜਿੰਦਰ ਸਿੰਘ ਜੀ, ਤੁਸੀਂ ਵੇਖਿਆ ਹੋਵੇਗਾ ਕਿ ਅੱਜ ਤੱਕ ਇੰਨੀਆਂ ਕਿਸਾਨ ਜਥੇਬੰਦੀਆਂ ਕਦੀ ਇਕੱਠੀਆਂ ਨਹੀਂ ਹੋਈਆਂ।
ਜੇ ਇਕੱਠੀਆਂ ਹੋਈਆਂ ਵੀ ਆ ਕਿਤੇ ਤੇ ਉਹ ਇੰਨਾ ਚਿਰ ਨਹੀਂ ਚੱਲ ਸਕੀ ਔਰ ਉਹਨਾਂ ਦੇ ਚੱਲਣ ਦੇ ਨਾਲ ਇਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਭਾਜੜਾਂ ਨਹੀਂ ਪਈਆਂ ਜਿਵੇਂ ਕਿ ਆ ਜਿਹੜੇ ਕਹਿੰਦੇ ਸੀ ਸਾਡਾ ਨਹੁੰ ਤੇ ਮਾਸ ਦਾ ਰਿਸ਼ਤਾ, ਮੇਰੇ ਕਹਿਣ ਤੋਂ ਭਾਵ ਕਿ ਬਾਦਲ ਤੇ ਬੀਜੇਪੀ ਕਹਿੰਦੇ ਸਾਡਾ ਨਹੁੰ ਮਾਸ ਦਾ ਰਿਸ਼ਤਾ, ਉਹ ਵੀ ਇਹਨਾਂ ਦਾ ਤੜਕ ਕਰਕੇ ਟੁੱਟ ਗਿਆ। ਔਰ ਬੀਬੀ ਹਰਸਿਮਰਤ ਕੌਰ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਉਹ ਮੰਤਰੀ ਵੀ ਸੀ, ਜਦੋਂ ਆਰਡੀਨੈਂਸ ਆਏ ਉਦੋਂ ਨਹੀਂ ਬੋਲੀ, ਜਦੋਂ ਬਿੱਲ ਪਾਸ ਹੋਇਆ ਉਦੋਂ ਨਹੀਂ ਬੋਲੀ, ਸੁਖਬੀਰ ਬਾਦਲ ਵੀ ਵਿੱਚ ਹੈ ਉਦੋਂ ਨਹੀਂ ਬੋਲੇ। ਪਰ ਹੁਣ ਜਦੋਂ ਵੇਖਿਆ ਕਿ ਸਾਡੇ ਥੱਲਿਓਂ ਇਹ ਜਿਹੜਾ ਵੋਟ ਬੈਂਕ ਹੈ, ਇਹ ਜਿਹੜੀ ਰਾਜਨੀਤਿਕ ਜ਼ਮੀਨ ਹੈ, ਇਹ ਖਿਸਕਦੀ ਰਹੀ ਹੈ, ਜਾ ਰਹੀ ਹੈ, ਤੇ ਫਿਰ ਉਹ ਇੱਕਦਮ ਛਾਲਾ ਮਾਰ ਕੇ ਆ ਗਏ, 9 ਮਾਸ ਦੇ ਰਿਸ਼ਤੇ ਵੀ ਟੁੱਟ ਗਏ। ਇਸੇ ਤਰ੍ਹਾਂ ਜਿਹੜੇ ਇਹ ਸਾਰੇ MLA ਇਕੱਠੇ ਹੋ ਕੇ ਗਏ ਨੇ, ਹੁਣ ਉਹ ਰਾਸ਼ਟਰਪਤੀ ਕੋਲ ਵੀ ਜਾ ਰਹੇ ਨੇ। ਇਹ ਸਾਡੀ ਕਿਸਾਨਾਂ ਦੀ ਇੱਕ ਪ੍ਰਾਪਤੀ ਹੈ। ਸੋ ਸਾਹਿਬ, ਕੱਲ ਤੁਹਾਡੀ ਮੀਟਿੰਗ ਹੋਈ ਸੀ ਜਿਹੜੀ ਚੰਡੀਗੜ੍ਹ ਦੇ ਵਿੱਚ, ਤੇ ਉਸ ਮੀਟਿੰਗ ਦੇ ਵਿੱਚ ਕੁਝ ਪੈਟਰੋਲ ਪੰਪ ਦੇ ਮਾਲਕ ਵੀ ਪਹੁੰਚੇ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਰਿਲਾਇੰਸ ਦੇ ਪੈਟਰੋਲ ਪੰਪ ਦੇ ਮਾਲਕ ਹਾਂ, ਬੇਸ਼ੱਕ ਨਾਮ ਕੇਵਲ ਉਹਨਾਂ ਦਾ ਚੱਲਦਾ ਵਾ ਪਰ ਮਾਲਕ ਅਸੀਂ ਆ। ਉੱਥੇ ਹੱਲਾ ਗੱਲਾ ਵੀ ਥੋੜਾ ਜਿਹਾ ਹੋਇਆ, ਉਹਦਾ ਕੀ ਕਾਰਨ ਸੀ? ਜੀ, ਬੜਾ ਤੁਸੀਂ ਇਹ ਅਹਿਮ ਸਵਾਲ ਕੀਤਾ ਹੈ। ਇਹਦੇ ਪਿੱਛੇ ਜਦੋਂ ਸਾਡੀ ਮੀਟਿੰਗ ਚੱਲ ਰਹੀ ਸੀ, ਮੀਟਿੰਗ ਚੱਲਣ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਇੱਕ ਮੰਗ ਪੱਤਰ ਦਿੱਤਾ, ਉਹ ਕਾਪੀ ਮੇਰੇ ਕੋਲ ਵੀ ਹੈ, ਸਾਨੂੰ ਸਾਰੇ ਮੈਂਬਰਾਂ ਨੂੰ ਦਿੱਤਾ। ਉਹਦੇ ਬਾਅਦ ਫਿਰ ਅਸੀਂ ਮੀਟਿੰਗ ਦੇ ਵਿੱਚ ਜਿਹੜੇ ਸਾਡੀ ਬਾਕੀ ਏਜੰਡੇ ਸਨ, ਉਹਨਾਂ ਦੇ ਵਿੱਚ ਹੀ ਅਸੀਂ ਇਹ ਵੀ ਏਜੰਡਾ ਜਿਹੜਾ ਅਸੀਂ ਰੱਖਿਆ। ਇੱਥੇ ਸਾਡੀ ਬੜੀ ਵਿਚਾਰ ਚਰਚਾ ਹੋਈ ਤੇ ਅਸੀਂ ਇੱਥੇ ਤਕਰੀਬਨ ਇਹ ਫੈਸਲਾ ਲਿਆ ਸੀ ਇੱਕ ਕਿਸਮ ਦਾ ਵੀ ਇਹ ਜਿਹੜੇ ਪੈਟਰੋਲ ਪੰਪ ਨੇ, ਜਿਹੜੇ ਰਿਲਾਇੰਸ ਕੰਪਨੀ ਦੇ ਜਿਨ੍ਹਾਂ ਦੇ ਲੱਗੇ ਨੇ ਬੋਰਡ, ਦੇਖ ਰਿਲਾਇੰਸ ਕੰਪਨੀ ਦੀ ਆ, ਉਸ ਕੰਪਨੀ ਦੇ ਪੈਟਰੋਲ ਪੰਪ ਨੇ, ਪਰ ਉਹ ਪ੍ਰਾਈਵੇਟ ਕਿਸੇ ਨੇ ਲਏ ਨੇ, ਤੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਏ ਕਿ ਵਾਕਈ ਇਹ ਪੈਟਰੋਲ ਪੰਪ ਜਿਹੜੀ ਮਤਲਬ ਕਿ ਮਾਲਕ ਦੱਸ ਰਿਹਾ ਇਹ ਉਸੇ ਦਾ ਹੀ ਆ, ਤੇ ਉਹਨਾਂ 'ਤੇ ਵਿਚਾਰ ਕਰਕੇ ਤੇ ਇਹਨਾਂ ਨੂੰ ਛੱਡ ਦਿੱਤਾ ਜਾਵੇ। ਪਰ ਉਹਨਾਂ ਨੇ ਇੱਕ ਐਸੀ ਮਾੜੀ ਹਰਕਤ ਕੀਤੀ ਕਿ ਜਦੋਂ ਸਾਡੀ ਪ੍ਰੈਸ ਮੀਟਿੰਗ ਚੱਲ ਰਹੀ ਸੀ, ਚੱਲਦੀ ਪ੍ਰੈਸ ਮੀਟਿੰਗ ਵਿੱਚ ਉਹਨਾਂ ਨੇ ਜਿਹੜੀ ਉੱਥੇ ਗੁੰਡਾਗਰਦੀ ਕੀਤੀ, ਉਹ ਸਾਨੂੰ ਬੜੀ ਚੁਭੀ, ਬੜਾ ਦੁੱਖ ਹੋਇਆ। ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਹੋਇਆ। ਕਿਉਂ ਕਿ ਪਿਛਲੀਆਂ ਕਈ ਮਿਸਾਲਾਂ ਨੇ। ਜਦੋਂ ਅਸੀਂ ਦਿੱਲੀ ਗਏ ਸਾਂ, ਕੇਂਦਰੀ ਮੰਤਰੀ ਮੰਡਲ ਨੇ ਉਧਰੋਂ ਕ੍ਰਿਸ਼ੀ ਮੰਤਰਾਲੇ ਵੱਲੋਂ ਜੋ ਸਾਨੂੰ ਉੱਥੋਂ ਚਿੱਠੀ ਆਈ, ਅਸੀਂ ਉੱਥੇ ਗਏ, ਉੱਥੇ ਵੀ ਇਸ ਤਰ੍ਹਾਂ ਦੇ ਬੰਦੇ ਜਿਹੜੇ ਸੀ ਉਹ ਭੇਜੇ ਗਏ। ਫਿਰ ਉਸ ਤੋਂ ਬਾਅਦ ਜਿੱਦਣ ਸਾਡੀ 15 ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ 'ਚ ਮੀਟਿੰਗ ਚੱਲ ਰਹੀ ਸੀ, ਉਸ ਦਿਨ ਵੀ ਉੱਥੇ ਆ ਕੇ ਤੇ ਇਹਨਾਂ ਨੇ ਹਰਕਤ ਕੀਤੀ, ਤੇ ਕੱਲ ਫਿਰ ਕੀਤੀ ਆ। ਅਸੀਂ ਇਹ ਸਮਝਦੇ ਹਾਂ, ਅਸੀਂ ਸੋਚ ਚੁੱਕੇ ਹਾਂ ਕਿ ਇਹ ਜਿਹੜੇ ਲੋਕ ਨੇ ਬੀਜੇਪੀ ਵਾਲੇ, ਕੇਂਦਰ ਸਰਕਾਰ ਜਿਹੜੀ ਆ ਜਾਂ ਉਹਦੀਆਂ ਜਿਹੜੀਆਂ ਸਹਿਯੋਗੀ ਨੇ ਬਾਦਲ ਵਰਗੇ ਦੂਜੇ ਤੀਜੇ, ਬੇਸ਼ੱਕ ਬਾਦਲ ਅੱਜ ਉਹ ਡਰਾਮੇ ਕਰ ਰਿਹਾ ਹੈ, ਪਰ ਉਹਨਾਂ ਦੇ ਪਿੱਛੇ ਸੋਚ ਕੋਈ ਹੋਰ ਹੈ। ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਪੈਟਰੋਲ ਪੰਪਾਂ ਵਾਲਿਆਂ ਨੂੰ ਸਾਡੀ ਚੱਲਦੀ ਪ੍ਰੈਸ ਮੀਟਿੰਗ 'ਚ ਘਲਾ ਕੇ ਸਾਡੇ ਖਿਲਾਫ, ਬੇਸ਼ੱਕ ਉਹਨਾਂ ਮੋਦੀ ਦੇ ਖਿਲਾਫ ਹੀ ਨਾਅਰੇ ਲਾਏ, ਪਰ ਵਿਗੜਦਾ ਸਾਡੇ ਕੰਮ 'ਚ ਪਾਇਆ। ਉਹਨਾਂ ਦਾ ਅਸਲ ਮਕਸਦ ਇਹ ਵੀ ਇਹ ਜਿਹੜੇ ਕਿਸਾਨ ਨੇ, ਇਹ ਪੇਂਡੂ ਲੋਕ ਨੇ, ਤੇ ਜਦੋਂ ਇਹਨਾਂ ਦੇ ਖਿਲਾਫ ਨਾਅਰੇਬਾਜ਼ੀ ਹੋਊ, ਇਹਨਾਂ ਦੇ ਨਾਲ ਨੌਜਵਾਨ ਬਹੁਤ ਨੇ, ਉਹ ਨੌਜਵਾਨ ਇਹਨਾਂ ਦੇ ਗਲ ਪੈਣਗੇ, ਤੇ ਇੱਥੇ ਜਿਹੜਾ ਉਹ ਹੱਲਾ ਗੁੱਲਾ ਹੋਊ, ਤੇ ਇਹ ਹੋਊਗਾ ਵੀ ਇਹ ਸ਼ਾਂਤੀ ਭੰਗ ਕਰ ਰਹੇ ਨੇ, ਇਹ ਲੋਕ ਹਿੰਸਕ ਦੌਰ 'ਚ ਆ ਗਏ ਨੇ। ਇਸ ਕਰਕੇ ਸਾਡੇ 'ਤੇ ਪਰਚੇ ਕਰਾਉਣ ਲਈ, ਸਾਡੇ ਇਸ ਸੰਘਰਸ਼ ਨੂੰ ਤਾਰ-ਪੀਡੋ ਕਰਨ ਲਈ, ਇਹ ਸਾਡੇ ਸੰਘਰਸ਼ ਨੂੰ ਫੇਲ ਕਰਨ ਲਈ, ਇਹਦੇ ਪਿੱਛੇ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ। ਕਿਉਂਕਿ ਤੁਹਾਨੂੰ ਪਤਾ ਹੈ ਵੀ ਚੰਡੀਗੜ੍ਹ ਵੀ ਜਿਹੜਾ ਉਹ ਕੇਂਦਰ ਸ਼ਾਸਿਤ ਸੂਬਾ ਹੈ, ਤੇ ਇਹਨਾਂ ਸਾਰਿਆਂ ਦੀ ਇੱਕ ਸੋਚੀ ਸਮਝੀ ਇੱਕ ਪਲੈਨਿੰਗ ਸੀ ਜੋ ਕਿ ਕੱਲ੍ਹ ਉੱਥੇ ਹੋਇਆ। ਫਿਰ ਆਪਾਂ ਆਉਂਦੇ ਆ, ਜਿਹੜਾ ਸਰਕਾਰ ਵੱਲੋਂ ਮਤੇ ਪਾਏ ਗਏ ਉਹਦੇ ਵਿੱਚ MSP ਦੀ ਗੱਲ ਹੋਈ ਆ, ਤੇ ਉਹਨਾਂ ਨੇ ਕਿਹਾ ਕਿ ਘੱਟੋ ਘੱਟ 3 ਸਾਲ ਦੀ ਸਜ਼ਾ ਵੀ ਸੁਣਾਈ ਗਈ ਆ, ਪਰ MSP ਦੇ ਵਿੱਚ ਸਾਰੀਆਂ ਫਸਲਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਤੇ ਸਿਆਸੀ ਜਮਾਤਾਂ ਦੀ ਗੱਲ ਕਰੀਏ, ਜੇ ਆਪਾਂ ਉਸ ਦਿਨ ਤੋਂ ਉਲਟ ਵੇਖੀਏ ਤੇ ਅਗਲੇ ਹੀ ਦਿਨ, ਕੱਲ ਦਾ ਦਿਨ ਸੀ ਜਿਹੜਾ, ਉਹ ਫਿਰ
ਵੱਖੋ ਵੱਖਰੀਆਂ ਬਿਆਨਬਾਜ਼ੀਆਂ ਆ ਰਹੀਆਂ ਵਾ। ਅਕਾਲੀ ਦਲ ਦੀ ਵੱਖਰੀ ਬਿਆਨਬਾਜ਼ੀ ਆ, ਆਮ ਆਦਮੀ ਪਾਰਟੀ ਦੀ ਵੱਖਰੀ ਬਿਆਨਬਾਜ਼ੀ ਆ। ਇੱਕ ਦਿਨ ਵਾਸਤੇ ਇੱਕ ਮੁੜਤਾ ਹੁੰਦੀ, ਉਸ ਤੋਂ ਬਾਅਦ 'ਚ ਵੱਖੋ ਵੱਖਰੀਆਂ ਬਿਆਨਬਾਜ਼ੀਆਂ ਹੋ ਰਹੀਆਂ ਵਾ। ਕੀ ਲੱਗਦਾ ਇਹਦਾ ਕੀ ਕਾਰਨ ਆ? ਦੇਖੋ, ਬੜੀ ਸਪਸ਼ਟ ਗੱਲ ਹੈ ਕਿ ਜਿਸ ਦਿਨ 19 ਤਰੀਕ ਨੂੰ ਪਹਿਲੇ ਦਿਨ ਸੈਸ਼ਨ ਸ਼ੁਰੂ ਹੋਇਆ, ਉਸ ਦਿਨ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ, ਜਿਹੜੇ ਕਹਿੰਦੇ ਆ ਇੱਕੋ ਨਾਰਾ ਕਿਸਾਨ ਪਿਆਰਾ, ਉਹ ਟਰੈਕਟਰਾਂ ਤੇ ਗਏ ਨੇ ਅਸੈਂਬਲੀ ਹਾਊਸ। ਹੁਣ ਕੀ ਉੱਥੇ ਇਹਨਾਂ ਨੇ ਕਣਕ ਬੀਜਣ ਵਾਸਤੇ ਟਰੈਕਟਰ ਲੈ ਕੇ ਉੱਥੇ ਕੋਈ ਜ਼ਮੀਨ ਵਾਹੁਣੀ ਸੀ? ਕੀ ਉਹ ਟਰੈਕਟਰ ਜਿਹੜਾ ਅਸੈਂਬਲੀ ਹਾਊਸ ਜਾ ਸਕਦਾ? ਉਹਦੇ ਪਿੱਛੇ ਇਹਨਾਂ ਦੀ ਦਿਮਾਗ ਦੀ ਸੋਚ ਕੀ ਹੈ, ਕੀ ਕਾਢ ਹੈ ਕਿ ਅਸੀਂ ਆਪ ਕਿਸਾਨਾਂ ਨੂੰ ਇਹ ਦੱਸਣਾ ਵਾਸਤੇ ਕਿ ਟਰੈਕਟਰ ਜਿਹੜਾ ਹੈ ਕਿਸਾਨ ਦਾ ਹੈ ਤੇ ਅਸੀਂ ਕਿਸਾਨ ਹਤੈਸ਼ੀ ਹਾਂ, ਤਾਂ ਇਹ ਟਰੈਕਟਰਾਂ ਤੇ ਡਰਾਮਾ ਕਰਨ ਦੀ ਸ਼ਕਲ 'ਚ ਉੱਥੇ ਗਏ। ਇੱਕ ਡਰਾਮਾ ਸੀ। ਜੇ ਲਓ ਗੱਲ ਕਰੋ ਤੁਸੀਂ ਆਮ ਪਾਰਟੀ ਦੀ, ਤੇ ਆਮ ਪਾਰਟੀ ਵਾਲੇ ਵੀ ਉੱਥੇ ਕਾਲੇ ਚੋਲੇ ਪਾ ਕੇ ਥੱਲੇ ਬੈਠੇ ਆ। ਭਾਈ ਤੁਸੀਂ ਅਸੈਂਬਲੀ ਹਾਊਸ 'ਚ ਜਾਓ। ਜਿਹੜੀ ਗੱਲਬਾਤ ਕੱਲ੍ਹ ਹੋਈ ਹੈ, ਪਰਸੋਂ ਹੋਈ ਹੈ 20 ਤਰੀਕ ਨੂੰ, ਉਹ ਉਸੇ ਦਿਨ, ਕਿਉਂਕਿ ਅਸੈਂਬਲੀ ਹਾਊਸ ਪਹਿਲਾਂ ਇੱਕ ਦਿਨ ਦਾ ਬੁਲਾਇਆ ਗਿਆ ਸੀ, ਪਰ ਇਹਨਾਂ ਵੱਲੋਂ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਨਾਲ ਉਹ ਅਸੈਂਬਲੀ ਹਾਊਸ ਜਿਹੜਾ ਸੀ ਉਸ ਦਿਨ ਰੱਦ ਹੋਇਆ, ਪੋਸਟਪੋਨ ਹੋਇਆ। ਉਸ ਤੋਂ ਬਾਅਦ ਫਿਰ ਉਹ 20 ਤਰੀਕ ਨੂੰ ਰੱਖਿਆ ਗਿਆ। 20 ਤਰੀਕ ਨੂੰ ਅਸੀਂ ਫਿਰ ਇਹ ਜੋ 19 ਤਰੀਕ ਨੂੰ ਇਹਨਾਂ ਕੀਤਾ, ਸਾਡੀਆਂ ਕਿਸਾਨ ਜਥੇਬੰਦੀਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਇਹ ਡਰਾਮੇਬਾਜ਼ੋ, ਤੁਸੀਂ ਸਾਡੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚੋਂ ਵੋਟ ਬੈਂਕ ਹਾਸਲ ਕਰਨਾ ਚਾਹੁੰਦੇ ਹੋ, ਪਰ ਤੁਹਾਡੀ ਇਹ ਪਲੈਨਿੰਗ ਸਿਰੇ ਨਹੀਂ ਚੜ੍ਹੇਗੀ। ਬੰਦੇ ਦੇ ਪੁੱਤ ਬਣੋ ਤੇ ਕਿਸੇ ਢੰਗ ਨਾਲ ਚੱਲੋ। ਇਹ ਫਿਰ 20 ਤਰੀਕ ਨੂੰ ਉੱਥੇ ਗਏ ਨੇ, ਤਾਂ ਹੀ ਇਹ ਲੋਕ ਜਿਹੜੇ ਨੇ ਸਾਰੇ ਇਕੱਠੇ ਹੋ ਕੇ ਸਰਬਸੰਮਤੀ ਨਾਲ ਮਤਾ ਪਾ ਕੇ ਤੇ ਫਿਰ ਇਹ ਗਵਰਨਰ ਦੇ ਕੋਲ ਗਏ ਨੇ। ਇਹਨਾਂ ਨੂੰ 19 ਤਰੀਕ ਨੂੰ ਲਾਹਣਤਾਂ ਪਾਈਆਂ ਨੇ, ਤਾਂ ਇਹ ਹੋਇਆ। ਸੋ ਇਹ ਡਰਾਮੇਬਾਜ਼ ਨੇ, ਨਾ ਕਿਸਾਨ ਹਤੈਸ਼ੀ ਨੇ, ਨਾ ਪੰਜਾਬ ਹਤੈਸ਼ੀ ਨੇ। ਇਹਨਾਂ ਨੂੰ ਕਿਸੇ ਨਾਲ ਮਤਲਬ ਨਹੀਂ, ਇਹ ਇਹਨਾਂ ਨੂੰ ਸਿਰਫ ਵੋਟਾਂ, ਤੇ ਵੋਟਾਂ ਤੋਂ ਬਾਅਦ ਅੱਜ ਵੀ ਮੈਂ ਕਿਸੇ ਸੱਜਣ ਨੂੰ ਗੱਲ ਕੀਤੀ, ਪਈ ਮੇਰਾ ਮਿੱਤਰ ਸੀ, ਤੇ ਮੈਂ ਕਿਹਾ ਵੀ ਆਓ, ਕਹਿੰਦਾ ਜੀ ਅਸੀਂ ਨਾ ਪਿੰਡਾਂ ਚੱਲੇ ਆ। ਮੈਂ ਪਿੰਡਾਂ 'ਚ ਕਰਨ ਚੱਲੇ, ਕਹਿੰਦੇ ਜੀ ਅਸੀਂ ਵੋਟਾਂ ਬਣਾ ਰਹੇ ਹਾਂ। ਇਹ ਮੈਂ ਜੋ ਕਹਿ ਰਿਹਾ ਨਾ, ਆ ਤੁਸੀਂ ਗੁਰੂ ਦੇ ਸਿੱਖ ਬੈਠੇ ਜੇ, ਤੇਜਿੰਦਰ ਸਿੰਘ ਜੀ, ਮੈਂ ਸੱਚ ਕਹਿ ਰਿਹਾ। ਇਹ ਮੇਰਾ ਹਕੀਕਤ ਹੈ, ਮੈਂ ਨਾਂ ਨਹੀਂ ਉਸ ਆਪਣੇ ਸੱਜਣ ਦਾ ਲੈ ਸਕਦਾ, ਇਹ ਮੇਰੀ ਮਜਬੂਰੀ ਹੈ। ਪਰ ਇਹ ਜਾਂ ਉਹਨੂੰ ਪਤਾ ਹੈ ਜਿਹਦੇ ਨਾਲ ਮੇਰੀ ਫੋਨ ਤੇ ਗੱਲ ਹੋਈ ਆ, ਜਾਂ ਮੈਨੂੰ ਪਤਾ। ਸੋ ਇਹ ਲੋਕ, ਅਸੀਂ ਰੇਲਾਂ 'ਤੇ ਬੈਠੇ ਹਾਂ, ਅਸੀਂ ਆ ਧੂੜ, ਆ ਵੇਖੋ 24 ਘੰਟੇ ਕਿੰਨੀ ਟ੍ਰੈਫਿਕ ਹੈ, ਇਹ ਸਾਰੀ ਧੂੜ ਸਾਡੇ ਅੰਦਰ ਜਾ ਰਹੀ ਹੈ ਨਾ। ਸਾਨੂੰ ਰਾਤ ਦੇ ਵੀ ਨਿੰਦਰੇ। ਆ ਕੱਲ੍ਹ ਸਾਰਾ ਦਿਨ ਮੈਂ ਇੱਥੇ ਨਹੀਂ ਸਾਂ, ਤੇ ਭਾਈ ਕੁਲਵੀਰ ਸਿੰਘ ਜੀ ਇੱਥੇ ਬੈਠੇ ਗਏ, ਹੋਰ ਸੱਜਣ ਇੱਥੇ ਬੈਠੇ ਰਹੇ, ਆਏ ਬੈਠੇ ਰਹੇ। ਸੋ ਇਹ ਸਰਦਾਰ ਅਜੀਤ ਸਿੰਘ ਇੱਥੇ ਹੀ ਬੈਠੇ ਰਹੇ। ਸੋ ਅਸੀਂ, ਇਹ ਭਾਈ ਹੋਰੀ ਵੀ ਕੱਲ੍ਹ ਸਾਰਾ ਦਿਨ ਇੱਥੇ ਰਹੇ ਨੇ। ਸੋ ਇੱਥੇ ਬੈਠੇ ਰਹੇ, ਔਰ ਰਾਤ ਨੂੰ ਫਿਰ ਮੈਂ ਆ ਕੇ ਇਹਨਾਂ ਨੂੰ ਛੱਡਿਆ। ਮੈਂ ਰਾਤ ਦਾ ਇੱਥੇ 24 ਘੰਟੇ ਮੇਰੀ ਡਿਊਟੀ ਹੈ, ਮੈਂ ਉਹਨਾਂ ਕੁ ਚਿਰ ਜਾਂਦਾ ਜਦੋਂ। ਅਸੀਂ ਧੂੜ ਪੱਕ ਰਹੇ ਹਾਂ, ਉਹ ਵੋਟਾਂ ਬਣਾ ਰਹੇ ਨੇ ਉਹਨਾਂ ਦੇ ਵਰਕਰ। ਕਿਉਂ? ਜੇ ਕਿਸਾਨ ਹਤੈਸ਼ੀ ਨੇ, ਇੱਥੇ ਕਿਉਂ ਨਹੀਂ ਆਉਂਦੇ? ਰੇਲਾਂ ਦੀਆਂ ਪਟੜੀਆਂ ਜਿੱਥੇ ਪੱਥਰ ਇਹਨਾਂ ਨਾਲ ਮੋਟਾ ਹੈ, ਉੱਥੇ ਕਿਉਂ ਨਹੀਂ ਬੈਠਦੇ? ਇਹ ਡਰਾਮੇ ਕਿਉਂ ਕਰ ਰਹੇ ਨੇ? ਸੋ ਇਹ ਸਾਰੇ ਦੇ ਸਾਰੇ ਡਰਾਮੇ ਨੇ, ਉਹਨਾਂ ਦਾ ਡਰਾਮਾ ਸੀ। ਇਸ ਕਰਕੇ ਕੀਤਾ ਅਸੀਂ ਜੋ ਇਹ ਮਤਾ ਲਿਆਂਦਾ, ਇਹ ਵੀ ਕੱਲ੍ਹ ਆਪਣੀ ਮੀਟਿੰਗ 'ਚ ਬਹੁਤ ਸੋਚ ਵਿਚਾਰ ਕੀਤਾ ਵੀ ਹੈ ਤਾਂ ਇਹ ਅਸ਼ੰਕੀ ਹੈ, ਹਾਲਾਂਕਿ ਚੰਗਾ ਇਹ ਹੈ, ਇਹ 'ਚ ਕੋਈ ਪ੍ਰਾਪਤ ਹੋਣ ਵਾਲੀ ਗੱਲ ਨਹੀਂ ਹੈ। ਜਿਹੜੀ ਕਾਨੂੰਨ ਦੀ ਗੱਲ ਤੁਹਾਂ ਕੀਤੀ ਆ ਵੀ MSP ਜਿਹੜੀ ਆ ਉਹ ਲਾਗੇ 3 ਸਾਲ ਦੀ ਸਜ਼ਾ। ਪਹਿਲਾਂ ਇਹਨਾਂ ਨੂੰ ਪੁੱਛੋ ਵੀ ਕਾਨੂੰਨ ਬਣਾਇਆ ਜੇ MSP ਦੇ, ਜਿਹੜਾ ਹੈ ਕਿ ਉਹ ਕਾਨੂੰਨ ਬਣਾਇਆ ਵੀ ਜਿਹੜਾ ਗੌਰਮੈਂਟ ਜਿਹੜੀ ਆ ਵੀ ਇਹਦੀ ਖਰੀਦ MSP ਰੇਟ ਦੇ ਮੁਤਾਬਕ ਕਣਕ ਕਿਸਾਨ ਦੀਆਂ ਜਿਣਸਾਂ ਜਿਹੜੀਆਂ ਨੇ ਉਹਦੇ ਭਾਅ ਉਸੇ ਹਿਸਾਬ ਭਾਅ ਨਾਲ ਖਰੀਦੀ ਜਾਏਗੀ। ਗੌਰਮੈਂਟ ਇਹਦੀ ਖਰੀਦ ਯਕੀਨੀ ਬਣਾਏਗੀ। ਔਰ ਇਹ ਕੱਲ੍ਹ ਸਵਾਲ ਅਸੀਂ ਉੱਥੇ ਮੰਤਰੀਆਂ ਨੇ ਵੀ ਕੀਤਾ। ਜਦੋਂ ਮੰਤਰੀ ਸਾਡੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਸਾਡੇ ਕੋਲ ਆਏ, ਪੁੱਛਿਆ ਵੀ ਰੇਲਾਂ ਬਾਰੇ ਤੁਹਾਡਾ ਕੀ ਫੈਸਲਾ ਹੈ। ਉਹ ਪੁੱਛਣ ਉੱਥੇ ਆਏ ਸੀ, ਤੇ ਉੱਥੇ ਅਸੀਂ ਪੁੱਛਿਆ ਵੀ ਤੁਸੀਂ ਮੱਥੇ ਤੇ ਲੈਂਦੇ, ਤੁਸੀਂ ਲਿਆਂਦੀਆਂ ਨੇ ਸਿਰਫ ਕਿਸਾਨ ਦੀਆਂ 2 ਜਿਣਸਾਂ, ਕਣਕ ਤੇ ਝੋਨਾ, ਬਾਕੀ ਕਿੱਧਰ ਗਈਆਂ ਬਈ? ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਉਹਨਾਂ ਨੇ ਵੀ ਇੱਕ ਫਾਰਮੈਲਿਟੀ ਕੀਤੀ ਆ, ਗਲੋਂ ਗਲਾਵਾਂ ਲਾਇਆ, ਇਹ ਕੋਈ ਕਾਨੂੰਨ ਨਹੀਂ। ਪਰ ਅਸੀਂ ਇਹ ਸਮਝਦੇ ਹਾਂ ਵੀ ਇਹ ਮਤੇ ਲਿਆਉਣ ਦੇ ਨਾਲ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਸਾਰੀਆਂ ਸਾਡੇ ਕਿਸਾਨਾਂ ਵੱਲੋਂ ਚਲਾਏ ਸੰਘਰਸ਼ ਨੂੰ ਹਮਾਇਤ ਦੇਣ ਦਾ ਇਹ ਇੱਕ ਤੁਹਾਡੇ ਸਾਹਮਣੇ
सबूत है। और केंद्र ते एक दबाਅ है कि किसान वधिया तां ही तां कल भी ते अज भी तोमर का बयान आया कि ये मता जिहड़ा पंजाब असैंबली हाउस पास होया उन्हें ये भी गल कही है कि लोकतंत्र के मुताबिक कोई भी सूबा जिहड़ा है वो मता पास कर सकता है, बिल लिया सकता है, वो पास कर सकता है। अगों वो केंद्र दे कोल जाना है, वो केंद्रीय मंत्रिमंडल जाना, प्रधानमंत्री हो जाएगा, फिर उत्ते की विचार वटंदरा होने तो बाद की फैसला हुंदा वो अगों केंद्र की मर्जी है। लेकिन हर एक नूं हक है। और ये बिहार से होर भी जिथे गैर भाजपाई सरकारां ने ये खबर अज भी अखबारां च आईयां भी वो भी पंजाब तरह ये मते लियाउण दी मतलब कि जिहड़ी आ उन्हां च भी एक रवायत जिहड़ी आ ਚੱਲਣ ਦੀ ਸੰਭਾਵਨਾ है। सो ये जो कुछ भी आ जो पंजाब के किसानों वालों ये किसानों की लड़ाई शुरू की गई आ, ये पंजाब दीयां सारियां पार्टियां आपो अपने ये जिहड़े हैगे सी जिस तरह इन्हां दे 9 मास के रिश्ते वो छड्ड के अज किसानों की गल कर रहे हैं। इत्थे भी होया ते अगे भी चल रहा है। ये साडी किसानों की एक इस मोर्चे की प्राप्ति आ पहले पड़ाव की, पर जिन्ना चिर ये मोर्चा जित्या नहीं जाता उन्ना चिर ये लड़ाई किहो जी हो सकती है। 30 किसान जथेबंदियां दी की ऐलान करोगे आने समय? तजिंदर सिंह जी, मैं तुहाडे अकाल चैनल दे राही जिथे मैं तुहाडा धन्नवाद भी करदा, चैनल का भी तो तुहाडा भी ते ਸਰੋਤਿਆਂ ਦਾ, इन्हां सारिਆਂ ਨੂੰ दसना चाहना है कि आउण वाली जिहड़ी साडी रणनीति है ना, एक ते बिल्कुल शांति प्रिय, असी किसी भी किस्म की ऐसी कोई भी गल नहीं करनी जिहदे नाल शांति भंग होवे। ये साडा मोर्चा दिन प्रति दिन जो तरक्की वाल नूं जा रहा है, इहदे ते कोई उंगल करे, इत्थे कोई बहाना बनावे भी ये मोर्चा जिहड़ा इस स्टेज ते आके ये हिंसक रूप धार गया, ते असी इस करके इन्हां ते तुहानूं पता है कि पहला लाठी चार्ज, मुड़ के अथरू गैसां, पुल गोलियां, जेलों च भी ते शहीदी तक भी कर देंदे आ। सो असी वो नहीं देना। और जिहड़ा साडा ये संघर्ष है, इहदी जिहड़ी रूपरेखा जिस तरह हुण साडी 27 तरीक नूं भी दिल्ली च मीटिंग है, उस तो बाद साडी 3 तरीक नूं भी दिल्ली रकाबगंज गुरुद्वारा साहब एक मीटिंग है। उन्हां मीटिंगां च भी इहदी जिहड़ी आ ਭਾਰਤ ਲੈਵਲ ਦੀਆਂ ਜਥੇਬੰਦੀਆਂ ਉੱਥੇ ਆ ਰਹੀਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਵਿਚਾਰ ਚਰਚਾ ਹੋਏਗੀ ਔਰ ਉਹ ਵੀ ਸਾਡੀ ਸਪੋਰਟ ਤੇ ਇਸ ਤੇ ਆ ਰਹੇ ਨੇ। ਇਹਨਾਂ ਦੇ ਵਿੱਚ ਅਸੀਂ ਵਿਚਾਰ ਫਿਰ ਅਸੀਂ 4 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਭਵਨ 'ਚ ਮੀਟਿੰਗ ਰੱਖੀ ਆ। ਇਹ ਸਾਰਾ ਫਿਰ ਅਸੀਂ ਵਿਚਾਰ ਚਰਚਾ ਉਸ ਮੀਟਿੰਗ 'ਚ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਜਿਹੜੀ ਆ ਉਹਦੇ ਵਿੱਚ ਲਿਖੀ ਜਾਏਗੀ। ਸੋ ਇਸ ਤਰ੍ਹਾਂ ਮੈਨੂੰ ਇਕੱਲੇ ਨੂੰ ਅਗਲੇ ਸੰਘਰਸ਼ ਦੀ ਕੀ ਰੂਪਰੇਖਾ ਹੋਏਗੀ ਉਹਦਾ ਕਹਿਣ ਦਾ ਕੋਈ ਅਧਿਕਾਰ ਨਹੀਂ। ਸਾਹਿਬ ਲਾਸਟ ਦੇ ਵਿੱਚ ਆਪਾਂ ਗੱਲ ਕਰਾਂਗੇ, ਮੋਰਚੇ ਬਹੁਤ ਲੱਗਦੇ ਆ ਤੇ ਪ੍ਰਾਪਤੀਆਂ ਆਪਾਂ ਨੂੰ ਪਤਾ ਹੀ ਹੈ ਕਿ ਬਿਨਾਂ ਪ੍ਰਾਪਤੀ ਤੋਂ ਕਈ ਵਾਰ ਮੋਰਚੇ ਉੱਠ ਪੈਂਦੇ ਆ, ਪਰ ਜੇ ਹੋਣ ਵਾਲੇ ਮੋਰਚੇ ਦੀ ਗੱਲ ਕਰੀਏ ਇੱਕ ਵਿਲੱਖਣਤਾ ਤਾਂ ਹੈਗੀ ਆ ਜਿਹਦੇ ਵਿੱਚ ਆਪਾਂ ਕਲਾਕਾਰ ਭਾਈਚਾਰੇ ਦੀ ਗੱਲ ਕਰਦੇ ਹਾਂ। ਉਹ ਸੜਕਾਂ ਤੇ ਤੁਹਾਡੇ ਨਾਲ ਸ਼ੰਭੂ ਵਿੱਚ ਮੋਰਚਾ ਲੱਗਾ ਵਾ। ਜੇ ਆਪਾਂ ਪੂਰੇ ਪੰਜਾਬ ਦੇ ਹਰ ਸ਼ਹਿਰ ਦੀ ਗੱਲ ਕਰੀਏ, ਹਰ ਸ਼ਹਿਰ ਤੋਂ ਹੀ ਆਵਾਜ਼ਾਂ ਆ ਰਹੀਆਂ, ਹਰ ਸ਼ਹਿਰ ਦੇ ਵਿੱਚ ਮੋਰਚੇ ਲੱਗੇ ਹੈਗੇ ਆ। ਕਲਾਕਾਰ ਭਾਈਚਾਰਾ ਤੁਹਾਡੇ ਨਾਲ ਆ। ਕਿਤੇ ਦੇਵੀਦਾਸਪੁਰੇ ਰੇਲਵੇ ਟਰੈਕ ਰੋਕਿਆ ਹਵਾ, ਹੋਰ ਵੀ ਕਈ ਥਾਵਾਂ ਦੇ ਉੱਤੇ ਰੇਲਵੇ ਟਰੈਕ ਰੋਕੇ ਹੋਏ ਆ, ਪਰ ਬਿਨਾਂ ਪ੍ਰਾਪਤੀ ਤੋਂ ਵੀ ਕਈ ਵਾਰ ਮੋਰਚੇ ਉੱਠਦੇ ਵੇਖੇ ਗਏ ਆ। ਤਜਿੰਦਰ ਸਿੰਘ ਜੀ, ਤੁਹਾਨੂੰ ਤੁਹਾਂ ਜਿਹੜਾ ਸਵਾਲ ਕੀਤਾ ਬੜਾ ਵੱਡਾ ਸਵਾਲ ਕੀਤਾ, ਬਹੁਤ ਵੱਡਾ ਸਵਾਲ, ਔਰ ਇਹ ਹੋਣਾ ਵੀ ਚਾਹੀਦਾ। ਇਸ ਚੀਜ਼ ਦੀ ਚਿੰਤਾ ਵੀ ਹੋਣੀ ਚਾਹੀਦੀ ਹੈ। ਮੈਂ ਕਹਾਂਗਾ ਜਿਸ ਤਰ੍ਹਾਂ ਤੁਹਾਨੂੰ ਹੈ ਇਸ ਤਰ੍ਹਾਂ ਹਰ ਕਿਸਾਨ ਨੂੰ, ਹਰ ਪੰਜਾਬ ਵਾਸੀ ਨੂੰ, ਹਰ ਦੇਸ਼ ਵਾਸੀ ਨੂੰ ਤੇ ਸਮੁੱਚੇ ਮੁਲਕ ਸੰਸਾਰ ਦੇ ਜਿਹੜੇ ਸਾਡੇ ਇਸ ਸੰਘਰਸ਼ ਦੇ ਨਾਲ ਪਿਆਰ ਰੱਖਦੇ ਨੇ, ਹਮਦਰਦੀ ਰੱਖਦੇ ਆ, ਜਿਨ੍ਹਾਂ ਦੇ ਮਨਾਂ 'ਚ ਉਹਨਾਂ ਦੇ ਮਨਾਂ 'ਚ ਵੀ ਇਹ ਸਵਾਲ ਹੈ, ਸਾਡੇ ਤੇ ਵੀ ਇਹ ਸਵਾਲ ਹੁੰਦੇ ਨੇ। ਤੁਹਾਨੂੰ ਪਤਾ ਹੈ ਜਦੋਂ ਆਪਣਾ ਤੁਸੀਂ ਜਾਂਦੇ ਰਹੇ ਜੇ ਕਵਰੇਜ ਕਰਨ ਵਾਸਤੇ, ਜਦੋਂ ਆਪਣਾ ਰਾਧਾ ਸੁਆਮੀ ਦੇ ਡੇਰੇ ਤੇ ਮੋਰਚਾ ਚੱਲ ਰਿਹਾ ਸੀ, ਵਾਰ-ਵਾਰ ਇਹ ਸਵਾਲ ਆਉਂਦਾ ਸੀ ਨਾ ਵੀ ਕੀ ਤੁਸੀਂ ਵੀ ਤਾਂ ਨਹੀਂ ਉੱਠੋਗੇ ਬਰਗਾੜੀ ਵਾਂਗੂ, ਤੇ ਤੁਸੀਂ ਵੀ ਅੱਜ ਸਵਾਲ ਕਰਤਾ ਹੈ ਵੀ ਮੋਰਚੇ ਬੜੇ ਲੱਗੇ, ਕਿਤੇ ਹੁਣ ਵੀ ਤਾਂ ਨਹੀਂ ਹੋਏਗਾ।
ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ। ਇਹ ਜਿਹੜਾ ਮੋਰਚਾ ਜਿਸ ਤਰ੍ਹਾਂ ਜਦੋਂ ਤੋਂ ਸ਼ੁਰੂ ਹੋਇਆ ਅੱਜ ਤੱਕ ਕਿਸ ਪੜਾਅ ਤੇ ਪਹੁੰਚ ਗਿਆ, ਅਸੀਂ ਸਾਰੇ ਇਕੱਠੇ ਇੱਕ ਮੱਤ ਹਾਂ। ਔਰ ਜੇ ਕਿਸੇ ਨੇ ਵੀ ਕੋਈ ਕੋਤਾਹੀ ਕੀਤੀ, ਤੁਹਾਡੇ ਸਾਹਮਣੇ ਮਿਸਾਲ ਹੈ ਕਿ ਅਜਮੇਰ ਸਿੰਘ ਲੱਖੋਵਾਲ ਨੇ ਜਦੋਂ ਕੋਤਾਹੀ ਕੀਤੀ ਤੇ ਸਮੁੱਚੀਆਂ ਜਥੇਬੰਦੀਆਂ ਨੇ ਉਹਨੂੰ ਐ ਧੋਤਾ, ਧੋਬੀ ਦਾ ਪਟੜੇ ਵਾਂਗੂ ਮਾਰਿਆ ਨੂੰ ਖਿੱਚ ਕੇ। ਉਸ ਤੋਂ ਬਾਅਦ ਜੋ ਉਹਨੇ ਤਰਲੇ ਲਏ, ਮਿੰਨਤਾਂ ਕੀਤੀਆਂ, ਉਹਦੀ ਜਥੇਬੰਦੀ ਨੇ ਉਹਦੀ ਪਾਰਟੀ ਛੱਡ ਗਈ, ਉਹਦੀ ਜਥੇਬੰਦੀ ਜਿਹੜੀ ਸੀ ਬਹੁ ਗਿਣਤੀ 'ਚ ਉਹਨੂੰ ਛੱਡ ਗਏ। ਔਰ ਸਾਡੇ ਕੋਲ ਉਹਨੇ ਜੋ ਪਹੁੰਚ ਕੀਤੀ, ਉਸ ਤੋਂ ਬਾਅਦ ਜਿਹੜਾ ਸੀ ਉਹਨੂੰ ਲਿਆ ਗਿਆ। ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਕਿਸੇ ਵੀ ਵੱਡੇ ਤੋਂ ਵੱਡੇ ਆਪਣੇ ਕਹਿੰਦੇ ਕਹਾਉਂਦੇ ਲੀਡਰ ਨੇ ਕੋਈ ਕੋਤਾਹੀ ਕੀਤੀ ਜਿਹਦੇ ਤੇ ਕੋਈ ਸ਼ੰਕਾ ਪੈਦਾ ਹੋਵੇਗਾ ਵੀ ਆਹ ਜਿਹੜੀ ਗੱਲ ਇਹ ਲੀਡਰ ਕਰ ਰਿਹਾ, ਕਿਤੇ ਇਹਦੇ ਪਿੱਛੇ ਕੋਈ ਰਾਜ ਹੋਰ ਤਾਂ ਨਹੀਂ, ਉਹ ਵੀ ਧੋਤਾ ਜਾਊ। ਭਾਵੇਂ ਬੇਲਦੇਵ ਸਿੰਘ ਸਰਸਾ ਬਹੁਤ ਬੋਲਦਾ ਹੈ, ਪਰ ਜੇ ਕਿਸੇ ਕਿਸਮ ਦੀ ਕੋਤਾਹੀ ਕਿਤੇ ਬਲਦੇਵ ਸਿੰਘ ਸਰਸਾ ਨੇ ਵੀ ਕੀਤੀ ਤੇ ਇਹ ਵੀ ਸਾਫ਼ ਹੋ ਜਾਊ, ਇਹ ਵੀ ਧੋਤਾ ਜਾਊਗਾ। ਪਰ ਇੱਕ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਇਸ ਵਾਰੀ ਅਸੀਂ ਇੱਕ ਮਨ ਧਾਰਿਆ ਵੀ ਸਾਡੇ ਵਾਸਤੇ ਦੋ ਹੀ ਰਸਤੇ ਨੇ, ਇੱਕ ਤਖਤ ਤੇ ਦੂਸਰਾ ਤਖਤਾ। ਤਖਤ ਦਾ ਮਤਲਬ ਇਹ ਨਾ ਸਮਝੋ ਵੀ ਇਹ ਕਿਤੇ MLA MP ਬਣ ਕੇ ਕਿਤੇ ਰਾਜ ਕਰਨ ਦੇ ਸੁਪਨੇ ਤਾਂ ਨਹੀਂ ਲੈ ਰਹੇ, ਨਹੀਂ। ਤਖਤ ਦਾ ਮਤਲਬ ਹੈ ਵੀ ਜਿਸ ਸੰਘਰਸ਼ ਨੂੰ ਅਸੀਂ ਲੈ ਕੇ ਚੱਲੇ ਆ, ਇਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਬੜੇ ਮਾਣ ਨਾਲ ਘਰਾਂ ਨੂੰ ਜਾਵਾਂਗੇ। ਤੁਹਾਡੇ ਸਮੁੱਚੇ ਲੋਕਾਂ ਦਾ ਅਸੀਂ ਸ਼ੁਕਰਾਨਾ ਕਰਾਂਗੇ, ਉਸ ਅਕਾਲ ਪੁਰਖ ਦਾ ਜਿਹਦੀ ਰਹਿਨਮਾਈ ਹੇਠ, ਜਿਹਦੀ ਛਤਰ ਛਾਇਆ ਹੇਠ, ਜਿਹਦੇ ਓਟ ਆਸਰੇ ਤੇ ਇਹ ਸੰਘਰਸ਼ ਵਿੱਢਿਆ ਗਿਆ ਹੈ, ਇਹ ਚੱਲ ਰਿਹਾ ਹੈ, ਉਹਦਾ ਸ਼ੁਕਰਾਨਾ ਕਰਾਂਗੇ। ਜਾਂ ਫਿਰ ਦੂਸਰਾ ਰਸਤਾ ਤੁਹਾਨੂੰ ਪਤਾ ਜੋ ਸਰਕਾਰਾਂ ਕਰਦੀਆਂ ਨੇ, ਮੋਰਚੇ ਪਹਿਲਾਂ ਵੀ ਇਸ ਤਰ੍ਹਾਂ ਦੇ ਲੱਗੇ ਸੀ, ਪਰ ਸਮੇਂ-ਸਮੇਂ ਦੀ ਪੰਜਾਬ ਦੀ ਲੀਡਰਸ਼ਿਪ ਨੇ, ਉਹਨਾਂ ਮੋਰਚਿਆਂ ਨੂੰ ਚਲਾਉਣ ਵਾਲੇ ਲੋਕਾਂ ਨੇ ਪੰਜਾਬ ਦੇ ਨਾਲ, ਕੌਮ ਦੇ ਨਾਲ, ਗੁਰੂ ਦੇ ਨਾਲ ਗਦਾਰੀਆਂ ਕੀਤੀਆਂ। ਉਹ ਮੋਰਚੇ ਤਾਂ ਫੇਲ ਹੋਏ। ਔਰ ਸਰਕਾਰ ਨੇ ਤੇ ਏਜੰਸੀਆਂ ਨੇ, ਜਿਵੇਂ ਅੱਜ ਵੀ ਤੁਹਾਨੂੰ ਦੱਸਿਆ ਵੀ ਕੱਲ੍ਹ ਵੀ ਸਾਡੀ ਪ੍ਰੈਸ ਮੀਟਿੰਗ ਵਿਘਨ ਪਾਇਆ ਗਿਆ, ਪਰਸੋਂ ਪਾਇਆ ਗਿਆ, ਇਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ ਅਰੁਣ ਚੁੱਘ ਹੈ, ਉਹਨੇ ਕੀ ਕਿਹਾ ਸੀ, ਉਹਨੇ ਵੀ ਸਾਨੂੰ ਧਮਕੀ ਦਿੱਤੀ ਜਦੋਂ ਅਸੀਂ ਕਿਹਾ ਵੀ ਅਸੀਂ BJP ਸਰਕਾਰ ਦੇ ਜਿਹੜੇ MLA ਮੰਤਰੀ ਨੇ ਉਹਨਾਂ ਦੇ ਘਰਾਓ ਕਰਾਂਗੇ, ਤਾਂ ਉਹਨਾਂ ਕਿਹਾ ਆਓਗੇ ਪੈਰਾਂ ਤੇ ਜਾਓਗੇ ਸਟੇਜਾਂ ਤੇ। ਧਮਕੀ ਹੈ ਨਾ, ਕਿੱਡੀ ਵੱਡੀ ਧਮਕੀ ਹੈ। ਜੇ ਇਹਨਾਂ ਨੂੰ ਕਿਸਾਨਾਂ ਨਾਲ ਹਮਦਰਦੀ ਹੁੰਦੀ ਤੇ ਕਹਿੰਦੇ ਆਓ ਤੁਸੀਂ ਸਾਡੇ ਕੋਲ, ਅਸੀਂ ਤੁਹਾਡੇ ਕੋਲ ਆਉਣੇ ਆ। ਫਿਰ ਇਸੇ ਤਰ੍ਹਾਂ ਅਰੁਣ ਚੌਧਰੀ ਉਹਨੇ ਵੀ ਜਿਹੜਾ ਬਹੁਤ ਵੱਡਾ ਬਿਆਨ ਦਿੱਤਾ। ਔਰ ਹੁਣ ਕੀ ਹੈ, ਇੱਕ ਹੋਰ ਬੜੀ ਵੱਡੀ ਸਾਜ਼ਿਸ਼ ਜਿਹੜੀ ਆ ਉਹ ਰਚ ਰਹੇ ਨੇ। ਜਲੰਧਰ ਤੋਂ ਇੱਕ ਸਾਡੇ ਦਲਿਤ ਵੀਰ ਨੂੰ, ਉਹਨੂੰ ਅੱਗੇ ਲਾ ਕੇ ਇਹ ਲੋਕ ਧਰਮਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੇ ਆ, ਧਰਮਾਂ ਦੇ ਨਾਂ 'ਤੇ ਟਿਕਟਾਂ ਵੰਡਦੇ ਆ, ਧਰਮਾਂ ਦੇ ਨਾਂ 'ਤੇ, ਜਾਤੀਆਂ ਦੇ ਨਾਂ ਦੇ ਉੱਤੇ ਇਹ ਲੋਕ ਮੰਤਰੀ ਮੰਡਲ ਦੇ ਵਿੱਚ ਉਹਨਾਂ ਲੋਕਾਂ ਨੂੰ ਸ਼ਾਮਲ ਕਰਦੇ। ਇਸੇ ਤਰ੍ਹਾਂ ਜਲੰਧਰ ਤੋਂ ਵੀ ਇੱਕ ਮਾਰਚ ਰੱਖਿਆ ਸੀ। ਅਸੀਂ ਤਾਂ ਕੱਲ੍ਹ ਸਰਕਾਰ ਨੂੰ ਇਹ ਗੱਲ ਕਹਿਤੀ ਸੀ ਵੀ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਇਸ ਤਰ੍ਹਾਂ ਇਹਨਾਂ ਨੇ ਇਹ ਪਤਾ ਖੇਡਿਆ ਵੀ ਦਲਿਤ ਭਾਈਚਾਰੇ ਨੂੰ ਜਿਹੜਾ ਉਹ ਸਾਡੇ ਖਿਲਾਫ ਭੜਕਾਉਣ ਵਾਸਤੇ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਤੇ ਇਹਦੇ ਸਿੱਟੇ ਜਿਹੜੇ ਕੋਈ ਹੋਰ ਨਿਕਲ ਸਕਦੇ ਆ। ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਰੋਕੋ। ਸੋ ਇਸ ਤਰ੍ਹਾਂ ਦੇ ਪੱਤੇ ਖੇਡ ਰਹੇ ਨੇ, ਪਰ ਅਸੀਂ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਇਹ ਜੋ ਮਰਜ਼ੀ ਕਰ, ਇਹ ਸਾਡੇ ਨੂੰ ਮੋਰਚੇ ਨੂੰ ਫੇਲ ਕਰਨ ਵਾਸਤੇ ਸਾਡੇ ਤੇ ਲਾਠੀ ਚਾਰਜ ਕਰਨ, ਇਹ ਅਸਰੂ ਗੈਸ ਕਰਨ, ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ, ਸਾਡੇ ਤੇ ਗੋਲੀਆਂ ਚਲਾਉਣ, ਸਾਨੂੰ ਜੇਲ੍ਹਾਂ 'ਚ ਭੇਜਣ,
ਸੋ ਤਖਤ ਮਤਲਬ ਕਿ ਜਿਹੜਾ ਇਹ ਫੱਟਾ ਹੈ ਉਸ ਫੱਟੇ ਤੇ ਪਾ ਕੇ ਸਾਨੂੰ ਬਹਿ ਕੇ ਜਾਣਾ ਮਨਜ਼ੂਰ ਹੈ, ਪਰ ਅਸੀਂ ਇਖਲਾਕੀ ਮੌਤ ਨਹੀਂ ਮਰਾਂਗੇ। ਇਹ ਨਹੀਂ ਹੋਵੇਗਾ ਵੀ ਆਹ ਲੋਕ ਨੇ ਜਿਹੜੇ ਬੜੀਆਂ ਫੜਾਂ ਮਾਰਦੇ ਸੀ ਵੀ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ, ਅਸੀਂ ਵਿਕਾਂਗੇ ਨਹੀਂ, ਅਸੀਂ ਝੁਕਾਂਗੇ ਨਹੀਂ, ਪਰ ਅੱਜ ਆ ਕੀ ਪ੍ਰਾਪਤ ਕਰਕੇ ਆਏ ਨੇ ਇਹ ਧੌਣ ਨੀਵੀਂ ਨਹੀਂ ਕਰਾਂਗੇ। ਇਹ ਉਹ ਲੋਕ ਜਿਨ੍ਹਾਂ ਨੇ ਸਮੇਂ-ਸਮੇਂ ਜਿੱਤਾਂ ਪ੍ਰਾਪਤ ਕੀਤੀਆਂ। ਗੱਲ ਲੰਬੀ ਹੁੰਦੀ ਆ, ਫਿਰ ਕਿਤੇ ਮੌਕਾ ਮਿਲਿਆ ਮੈਂ ਗੱਲ ਕਰਨੀ ਚਾਹੂੰਗਾ ਕਿਉਂਕਿ ਜਿੱਦਣ ਮਤੇ ਪਾਸ ਹੁੰਦੇ ਆ ਸਵੇਰ ਦੇ ਟਾਈਮ ਦਿਨ ਦੇ ਟਾਈਮ ਸਾਰਾ ਦਿਨ ਸਰਗਰਮੀਆਂ ਬਣੀਆਂ ਰਹਿੰਦੀਆਂ, ਤੇ ਮਤੇ ਪਾਸ ਹੋਣ ਤੋਂ ਬਾਅਦ 'ਚ ਸ਼ਾਮ ਦਾ ਸਮਾਂ ਸੀ ਜਦੋਂ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਆ, ਤੇ ਕਿਆਸ ਰਹੀਆਂ ਦਿਨ ਤੋਂ ਸੀ ਕਿ 6 ਵਜੇ ਪ੍ਰਧਾਨ ਮੰਤਰੀ ਹੋ ਸਕਦਾ ਪੰਜਾਬ ਦੇ ਵਿੱਚ ਐਮਰਜੈਂਸੀ ਲਾ ਦੇਣ, ਕਿਉਂਕਿ ਸੋਸ਼ਲ ਮੀਡੀਆ ਵਿਚਾਰ ਸੀ, ਕੋਈ ਵੀ ਵਿਚਾਰ ਕੁਝ ਵੀ ਰੱਖ ਸਕਦਾ, ਪਰ ਉਹ ਕਿਆਸ ਰਹੀਆਂ ਲਾਈਆਂ ਜਾ ਰਹੀ ਸੀ। 6 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਬਰੂ ਹੁੰਦੇ ਆ ਮੀਡੀਆ ਰਾਹੀਂ, ਪਰ ਕੋਈ ਖਾਸ ਬਿਆਨਬਾਜ਼ੀ ਨਹੀਂ ਉਹਦੇ ਵਿੱਚ ਲੱਗਦੀ। ਕੀ ਲੱਗਦਾ ਤੁਹਾਨੂੰ? ਕੇਵਲ ਅਥਰੂ ਹੀ ਪੁੰਝੇ ਜਾ ਰਹੇ ਆ? ਕੁਝ ਕਿਸਾਨ ਦੀ ਗੱਲ ਜ਼ਰੂਰ ਹੁੰਦੀ ਆ, ਭਾਜਪਾ ਦੇ ਮੰਤਰੀ ਤੁਸੀਂ ਗੱਲ ਕੀਤੀ ਆ, ਉਹ ਕਹਿ ਰਹੇ ਆ ਕਿ ਅਸੀਂ ਲੋਕਾਂ ਨੂੰ ਸਮਝਾਉਣ ਵਾਸਤੇ ਜਾਵਾਂਗੇ, ਪਰ ਉਹਨਾਂ ਦਾ ਬੜੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਅਸਲ ਕਾਰਨ ਪਤਾ ਕੀ, ਕਿ ਇਹ ਜਿਹੜਾ ਮੋਦੀ ਹੈ ਨਾ, ਇਹ ਬਹੁਤ ਚਾਲਬਾਜ਼ ਤੇ ਬਹੁਤ ਹੀ ਖਤਰਨਾਕ ਆਦਮੀ। ਇਹਨੂੰ ਪਤਾ ਸੀ ਵੀ ਅੱਜ ਪੰਜਾਬ ਅਸੈਂਬਲੀ ਹਾਊਸ ਦੇ ਵਿੱਚ ਇਹ ਜਿਹੜੇ ਮਤੇ ਪਾਸ ਹੋ ਕੇ ਤੇ ਗਵਰਨਰ ਕੋਲ ਜਾ ਰਹੇ ਨੇ, ਤੇ ਇਹਨਾਂ ਤੇ ਕੋਈ ਬਿਆਨਬਾਜ਼ੀ ਕਰ ਰਹੇ ਤੇ ਲੋਕਾਂ ਦਾ ਧਿਆਨ ਉਧਰ ਹੈ। ਆਮ ਜਨਤਾ ਦਾ ਧਿਆਨ ਉਧਰੋਂ ਹਟਾ ਕੇ ਜਿਹੜਾ ਇਹਦਾ ਗੋਦੀ ਮੀਡੀਆ ਉਹਨੇ ਸਾਰਾ ਰੌਲਾ ਪਾਤਾ ਵੀ ਅੱਜ ਪ੍ਰਧਾਨ ਮੰਤਰੀ ਜਿਹੜਾ ਉਹ 6 ਵਜੇ ਜੀ ਉਹ ਭਾਰਤ ਦੀ ਜਨਤਾ ਨੂੰ ਸੰਬੋਧਨ ਕਰਨਗੇ। ਉਹਨਾਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਵਾਸਤੇ ਤੇ ਕਿਹਾ ਕੀ ਉਹਨੇ ਮਨ ਕੀ ਬਾਤ, ਜਦੋਂ ਕਹਿੰਦਾ ਮਨ ਕੀ, ਕਿਹੜੇ ਮਨ ਦੀ ਗੱਲ ਕੀਤੀ? ਦੇਸ਼ ਦੇ ਲੋਕਾਂ ਦੀ ਗੱਲ ਕੀਤੀ। ਇਹਨੇ ਅੱਜ ਤੱਕ ਕੀਤਾ ਕੀ ਹੈ? ਸੋ ਜਿਹੜੇ ਇਹ ਸੰਘਰਸ਼ ਨੇ ਉਹਨਾਂ ਨੂੰ ਫੇਲ ਕਰਨ ਵਾਸਤੇ, ਲੋਕਾਂ ਦਾ ਧਿਆਨ ਪਾਸੇ ਹਟਾਉਣ ਵਾਸਤੇ ਇਹ ਮੋਦੀ ਨੇ ਇੱਕ ਚਾਲ ਖੇਡੀ ਸੀ। ਸੋ ਉਹਨੇ ਕਿਸਾਨਾਂ ਦੀ ਗੱਲ ਹੀ ਨਹੀਂ ਕੀਤੀ, ਜਿਸ ਤਰ੍ਹਾਂ ਕੋਈ ਗੱਲ ਹੀ ਨਹੀਂ ਹੁੰਦੀ। ਘਰ ਦੇ ਵਿੱਚ ਅੱਗ ਲੱਗੀ ਹੋਵੇ, ਭਾਂਬੜ ਮੱਚਦੇ ਹੋਣ, ਲੋਕ ਤਰਾਸ, ਘਰ ਦੇ ਪਰਿਵਾਰ ਦੇ ਮੈਂਬਰ ਤਰਾਸ ਕਰਦੇ ਹੋਣ, ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਆ, ਭਾਰਤ ਉਹਦਾ ਇੱਕ ਘਰ ਆ, ਔਰ ਕਿਸਾਨ ਸਮੁੱਚੇ ਵਰਗ, ਚਾਹੇ ਆੜਤੀ ਨੇ, ਚਾਹੇ ਪੱਲੇਦਾਰ ਨੇ, ਚਾਹੇ ਮੁਲਾਜ਼ਮ ਨੇ, ਚਾਹੇ ਛੋਟੇ ਦੁਕਾਨਦਾਰ ਨੇ, ਆ ਜਿਹੜੇ ਮਾਹੌਲ ਨੇ ਇਹਨਾਂ ਦੇ ਨਾਲ ਆ ਜਿਹੜੇ ਲੋਕ ਖੁਸ਼ ਨੇ। ਜਿਸ ਤਰ੍ਹਾਂ ਟੋਲ ਪਲਾਜ਼ਾ ਤੋਂ ਅੱਜ ਲੋਕ ਖੁਸ਼ ਨੇ, ਇਸੇ ਤਰ੍ਹਾਂ ਮੌਲਾਂ ਦੇ ਨੇ ਵੀ ਇਹਨਾਂ ਦੇ ਸ਼ਹਿਰ ਵਾਲਿਆਂ ਦੇ ਕਾਰੋਬਾਰ ਠੱਪ ਕਰ ਦਿੱਤੇ ਸੀ, ਉਹ ਵੀ ਖੁਸ਼ ਨੇ। ਇਸੇ ਤਰ੍ਹਾਂ ਇਹ ਸਾਰੇ ਲੋਕ ਜਿਨ੍ਹਾਂ ਦੀ ਹਮਦਰਦੀ ਸਾਡੇ ਨਾਲ ਹੈ, ਉਹ ਲੋਕ ਤਰਾਸ ਕਰ ਰਹੇ ਆ। ਤੇ ਮੋਦੀ ਕੀ ਕਹਿ ਰਿਹਾ? ਉਹ ਕਿਹੜੇ ਕਰੋਨਾ ਦੀ ਗੱਲ ਕਰ ਰਿਹਾ? ਉਹ ਕੀ ਗੱਲ ਕਰ ਰਿਹਾ? ਦੇਸ਼ ਦੇ ਲੋਕਾਂ ਨੂੰ ਸੁਨੇਹਾ ਕੀ ਦੇ ਰਿਹਾ ਵੀ ਅਸੀਂ ਜਿੱਤ ਪ੍ਰਾਪਤ ਕਰ ਲਿਆ, ਅੱਗੇ ਤੋਂ ਆ ਹੋਏਗਾ। ਸੋ ਇਹ ਬਹੁਤ ਚਾਲਬਾਜ਼, ਧੋਖੇਬਾਜ਼, ਬਲੈਕਮੇਲਰ ਔਰ ਇੱਕ ਨੰਬਰ ਦਾ, ਮੈਂ ਇਹ ਗੱਲ ਵੀ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਇਹ ਗੁੰਡਾ, ਕਿਉਂਕਿ ਗੁੰਡੇ ਜਿਹੜੇ ਨੇ ਉਹ ਲੜਾਈਆਂ ਝਗੜੇ ਫਸਾਦ ਕਰਾਉਂਦੇ ਨੇ। ਇਹ ਕਾਨੂੰਨ ਦਾ ਆਸਰਾ ਲੈ ਕੇ, ਜਿਸ ਤਰ੍ਹਾਂ ਇਹਨੇ 370 ਧਾਰਾ ਖਤਮ ਕੀਤੀ, ਉਸ ਤੋਂ ਬਾਅਦ ਜਿਹੜੇ ਲੋਕ ਤੰਤਰ ਤਰੀਕੇ ਨਾਲ ਸ਼ਾਂਤੀਪੂਰਵਕ ਰਹਿ ਕੇ ਉਹ ਲੋਕ ਧਰਨੇ ਮੁਜ਼ਾਹਰੇ ਕਰ ਰਹੇ ਨੇ, ਆਪਣੀ ਆਵਾਜ਼ ਉਠਾ ਰਹੇ ਨੇ, ਤੇ ਇਹਨੇ ਉਹ ਬੈਠੇ ਲੋਕਾਂ ਦੇ ਉੱਤੇ ਲਾਠੀ ਚਾਰਜ ਕਰਾਏ, ਗੋਲੀਆਂ ਚਲਵਾਈਆਂ, ਉਹਨਾਂ ਨੂੰ ਮਰਾਇਆ, ਤੇ ਕਰੋਨਾ ਦੇ ਨਾਂ ਦੇ ਉੱਤੇ ਉਹ ਚੱਲ ਰਹੇ ਸੰਘਰਸ਼ ਇਹਨੇ ਫੇਲ ਕੀਤੇ। ਸੋ ਇਹ ਭਾਰਤ ਦੇ ਇਸ ਟਾਈਮ ਦੇ ਉੱਤੇ ਜਿਹੜੇ ਦੇਸ਼ ਦੇ ਉੱਤੇ ਬਹੁਤ ਵੱਡੇ ਅਹੁਦੇ ਤੇ ਬੈਠ ਕੇ ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਕਾਨੂੰਨ ਲਿਆ ਰਿਹਾ, ਆਮ ਗੁੰਡੇ ਹੁੰਦੇ ਨੇ ਉਹ ਤਾਂ ਕਾਨੂੰਨ ਨੂੰ ਹੱਥ 'ਚ ਲੈ ਕੇ ਤੇ ਫੇਰ ਕਾਰਵਾਈ ਕਰਦੇ ਨੇ, ਉਹਨੂੰ ਕਹਿੰਦੇ ਆ ਵੀ ਇਹਨੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ, ਇਹ ਬੜਾ ਵੱਡਾ ਗੁੰਡਾ। ਤੇ ਜਿੰਨੇ ਲੋਕਾਂ ਦੀਆਂ ਵੋਟਾਂ ਲੈ ਕੇ ਇਹਨੇ ਸਾਡੇ ਕਿਸਾਨਾਂ ਨਾਲ ਵਾਅਦਾ ਕੀਤਾ ਵੀ ਮੈਂ ਤੁਹਾਡਾ ਜਿਹੜਾ 2014 ਦੇ ਵਿੱਚ ਵੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੂੰਗਾ, ਇਹਨੇ ਧੋਖੇ ਨਾਲ ਵੋਟਾਂ ਲੈ ਕੇ ਹੁਣ ਇਹਨੇ ਹਿੰਦੂ ਪੱਤਾ ਖੇਡ ਕੇ ਤੇ ਇਹਨੇ ਵੋਟਾਂ ਜਿਹੜੀਆਂ ਲਈਆਂ, ਤੇ ਉਸ ਤੋਂ ਬਾਅਦ ਇਹਨੇ ਤੁਹਾਨੂੰ ਪਤਾ ਹੈ ਕਿ ਉਹ ਮਸੀਤਾਂ ਢਾਹ ਕੇ ਉੱਥੇ ਮੰਦਰ ਬਣਾਏ। ਸੋ ਇਹ ਲੋਕ ਜਿਹੜੇ ਨੇ
ਇਹ ਕਾਨੂੰਨ ਬਣਾ ਕੇ ਇਹ ਆਸਰਾ ਲੈ ਕੇ ਉੱਥੇ ਬਹੁ ਗਿਣਤੀ ਪਾਰਲੀਮੈਂਟ 'ਚ ਆਪਣੀ ਤੈਅ ਕਰਕੇ ਰਾਜਾ ਸਾਹਿਬ ਤੇ ਕਾਨੂੰਨ ਦੇ ਰਾਹੀਂ ਲੋਕਾਂ ਦੇ ਉੱਤੇ ਇਹ ਕਿਸ ਤਰ੍ਹਾਂ ਦਾ ਤਸ਼ੱਦਦ ਤੇ ਜ਼ੁਲਮ ਕਰ ਰਿਹਾ। ਕੀ ਇਹ ਰਾਜਨੀਤਿਕ ਕਾਨੂੰਨ ਦਾ ਸਹਾਰਾ ਲੈ ਕੇ ਲੋਕਾਂ ਦੇ ਹੱਕਾਂ ਦੇ ਡਾਕੇ ਮਾਰ ਰਿਹਾ, ਮਜ਼ਲੂਮ ਲੋਕਾਂ ਨੂੰ ਮਰਵਾ ਰਿਹਾ? ਮੈਨੂੰ ਇੱਕੋ ਗੱਲ ਦੱਸ ਦਿਓ ਕਿ ਜਿਹੜੀ ਯੂਪੀ ਦੇ ਵਿੱਚ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਹੋਇਆ, ਉਹਦਾ ਕਤਲ ਹੋਇਆ ਔਰ ਉਸ ਬੱਚੀ ਦੀ ਡੈੱਡ ਬਾਡੀ ਨੂੰ ਰਾਤ ਦੇ 12 ਵਜੇ ਯਾਰੋ ਸੰਸਕਾਰ ਕੀਤਾ ਗਿਆ। ਉਹਦੀ ਸ਼ਕਲ ਉਹਦੀ ਮਾਂ ਨੂੰ ਨਹੀਂ ਵਿਖਾਈ ਗਈ, ਪਿਓ ਨੂੰ ਨਹੀਂ ਵਿਖਾਈ ਗਈ। ਤੇ ਉੱਥੇ ਯੂਪੀ 'ਚ ਮੁੱਖ ਮੰਤਰੀ ਕੌਣ ਹੈ? ਆਦਿੱਤਿਆਨਾਥ ਯੋਗੀ। ਪ੍ਰਧਾਨ ਮੰਤਰੀ ਕੌਣ ਹੈ? ਨਰਿੰਦਰ ਮੋਦੀ। ਤੇ ਫਿਰ ਦੱਸੋ ਵੀ ਇਹ ਗੁੰਡੇ ਨੇ ਕਿ ਜਾਂ ਦੇਸ਼ ਦੇ ਰਖਵਾਲੇ? ਸੋ ਇਸ ਕਰਕੇ ਜਿਹਦੀ ਮਰਜ਼ੀ ਹੈ, ਮੋਦੀ ਦਾ ਕੋਈ ਵੀ ਬੁਲਾਰਾ, ਮੋਦੀ ਦਾ ਕੋਈ ਵੀ ਪ੍ਰਚਾਰਕ, ਮੋਦੀ ਦਾ ਕੋਈ ਵੱਡੇ ਤੋਂ ਵੱਡਾ ਬੁੱਧੀਵਾਨ ਬੰਦਾ, ਬਹੁਤ ਵੱਡਾ ਜਿਹੜਾ ਆਪਣੇ ਆਪ ਨੂੰ ਫਿਲਾਸਫਰ ਕਹਾਉਂਦਾ ਹੋਵੇ, ਉਹ ਮੇਰੇ ਨਾਲ ਚੈਨਲ ਤੇ ਆ ਜਾਵੇ, ਵਿਚਾਰ ਚਰਚਾ ਕਰ ਲੈ, ਸਵਾਲ ਉਹ ਕਰਨ, ਜਵਾਬ ਮੈਂ ਦੇਵਾਂਗਾ। ਮੈਂ ਸਵਾਲ ਕਰਾਂ, ਜਵਾਬ ਉਹ ਦੇ। ਫੈਸਲਾ ਭਾਰਤ ਤੇ ਸਮੁੱਚੇ ਸੰਸਾਰ ਦੇ ਲੋਕ ਕਰਨ। ਜੇ ਮੈਂ ਇਹਨਾਂ ਨੂੰ ਗੁੰਡੇ ਸਾਬਤ ਨਾ ਕਰ ਸਕਾਂ ਤਾਂ ਮੈਨੂੰ ਜੋ ਵੀ ਸਜ਼ਾ ਉਹ ਦੇਣ। ਤੇ ਜੇ ਇਹਨਾਂ ਨੂੰ ਮੈਂ ਗੁੰਡੇ ਸਾਬਤ ਅੱਜ ਉਹ ਕਹਿ ਰਿਹਾ, ਇਹ ਮੇਰੇ ਚੈਲੰਜ ਨੂੰ ਕਬੂਲ ਨਹੀਂ ਕਰਦੇ, ਤੇ ਫਿਰ ਇਹ ਸੱਚ ਹੈ ਨਾ ਕਿ ਇਹ ਰਾਜਨੀਤਿਕ ਗੁੰਡੇ। ਸੋ ਇਹ ਇਸ ਕਰਕੇ ਮੈਂ ਇਹੀ ਬੇਨਤੀ ਕਰਾਂਗਾ ਕਿ ਇਹ ਲੋਕ ਗੁੰਡੇ ਨੇ ਤੇ ਗੁੰਡਾਗਰਦੀ ਕਰ ਰਹੇ ਨੇ, ਰਾਜ ਇਹ ਨੇ। ਬਲਦੇਵ ਸਿੰਘ ਸਿਰਸਾ ਜੀ ਨਾਲ ਗੱਲਬਾਤ ਕੀਤੀ ਸੀ। ਜਿਹੜੀ ਮੀਟਿੰਗ ਹੁੰਦੀ ਆ ਚੰਡੀਗੜ੍ਹ, ਉਹਦੇ ਵਿੱਚ ਵੀ ਜਿਹੜੀ ਗੱਲਬਾਤ ਹੋਈ ਉਹਦੇ ਬਾਰੇ ਦੱਸਿਆ, ਤੇ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮਾਲਕ ਉੱਥੇ ਪਹੁੰਚ ਕੇ ਜਿਹੜੀ ਗੱਲਬਾਤ ਕਰਦੇ ਉਹਦੇ ਬਾਰੇ ਵਿਚਾਰ ਚਰਚਾ ਹੋਈ ਆ। ਤੇ ਲਾਸਟ ਦੇ ਵਿੱਚ ਇੱਕ ਸਵਾਲ ਜ਼ਰੂਰ ਖੜਾ ਕੀਤਾ ਵਾ ਕਿ ਭਾਜਪਾਈ ਮੰਤਰੀ ਹੋਣ, MLA ਸਾਹਿਬਾਨ ਹੋਣ, ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਤੇ ਕਹਿ ਰਹੇ ਆ ਕਿ ਅਸੀਂ ਇੱਕ ਚੰਗਾ ਰਾਜ ਸਥਾਪਿਤ ਕਰਾਂਗੇ, ਇਹ ਚੰਗੀ ਸਾਡੀ ਰਣਨੀਤੀ ਆ। ਪਰ ਮੇਰੇ ਨਾਲ ਬੈਠ ਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਆਓ ਆਪਾਂ ਚੈਨਲ ਤੇ ਬੈਠ ਕੇ ਗੱਲਬਾਤ ਕਰਦੇ ਹਾਂ। ਜੇ ਚੈਨਲ ਤੇ ਬੈਠ ਕੇ ਤੁਸੀਂ ਮੈਨੂੰ ਝੂਠਾ ਕਰ ਸਕਦੇ ਆ ਜਾਂ ਤੁਸੀਂ ਝੂਠੇ ਹੁੰਦੇ ਆ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ, ਪਰ ਆਓ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਇਹ ਜਿਹੜੇ ਬਿੱਲ ਪਾਸ ਹੋਏ ਆ, ਅੰਨਦਾਤਾ ਜਿਹੜਾ ਕਿ ਪੂਰੇ ਦੇਸ਼ ਦਾ ਢਿੱਡ ਭਰ ਰਿਹਾ, ਉਸ ਅੰਨਦਾਤੇ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ। ਜਿਹੜੇ ਬਿੱਲ ਪਾਸ ਹੋਏ ਆ, ਬਿੱਲਾਂ ਦੇ ਵਿੱਚ ਕੀ ਖਾਮੀਆਂ ਵਾ, ਤੁਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਾ ਸਕਦੇ। ਪਰ ਬਲਦੇਵ ਸਿੰਘ ਸਿਰਸਾ ਜਿਹੜਾ ਇੱਕ ਚੈਲੰਜ ਆ ਕਿ ਆਓ ਆਪਾਂ ਗੱਲਬਾਤ ਕਰੀਏ, ਤੇ ਗੱਲਬਾਤ ਤੋਂ ਖੁੱਲ੍ਹੇਆਮ ਹੋਊਗੀ। ਉਹਦੇ ਵਿੱਚ ਲੋਕ ਵੇਖਣਗੇ ਕਿ ਇੱਕ ਪਾਸੇ BJP ਦੇ ਨੇਤਾ ਹੋਣਗੇ ਤੇ ਦੂਜੇ ਪਾਸੇ ਬਲਦੇਵ ਸਿੰਘ ਸਿਰਸਾ। ਕਿਸਾਨ ਜਿਹੜੇ ਕਿ ਇਸ ਟਾਈਮ ਟੋਲ ਪਲਾਜ਼ਿਆਂ ਤੇ ਬੈਠੇ ਆ, ਕਿਸਾਨ ਜਿਹੜੇ ਕਿ ਰੋਡਾਂ ਉੱਤੇ ਬੈਠੇ ਆ, ਕਿਸਾਨ ਸ਼ੰਭੂ ਮੋਰਚੇ ਤੇ ਬੈਠਾ ਵਾ, ਨੌਜਵਾਨ ਪੀੜ੍ਹੀ ਸਾਡੀ ਸ਼ੰਭੂ ਮੋਰਚੇ ਤੇ ਬੈਠੀ ਆ। ਜੇ ਆਪਾਂ ਗੱਲ ਕਰੀਏ ਤੇ ਰੇਲਵੇ ਟਰੈਕ ਰੋਕੇ ਆ, ਕਿਉਂ ਰੋਕੇ ਗਏ ਆ? ਕਿਉਂਕਿ ਕਿਸਾਨ ਮਾਰੂ ਐਕਟ ਜਿਹੜਾ ਇਸ ਟਾਈਮ ਲੈ ਕੇ ਆਇਆ ਜਾ ਰਿਹਾ, ਉਹਦਾ ਸਾਰੇ ਵਿਦਰੋਹ ਕਰ ਰਹੇ ਆ, ਵੱਡਾ ਵਿਰੋਧ ਹੋ ਰਿਹਾ। ਵੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੇਂਦਰ ਸਰਕਾਰ ਕਿਸ ਕਾਰਨ ਬੈਠਦੀ ਆ, ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਵੱਡਾ ਫੈਸਲਾ ਲਿਆ ਗਿਆ ਵਾ, ਉਸ ਫੈਸਲੇ ਉੱਤੇ ਰਾਜਪਾਲ ਦੀ ਮੋਹਰ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗਦੀ ਆ। ਕੀ ਉਹ ਕਾਨੂੰਨ ਲਾਗੂ ਹੁੰਦੇ ਆ? ਜੇ ਕਾਨੂੰਨ ਲਾਗੂ ਹੋ ਵੀ ਜਾਂਦਾ ਤੇ ਉਹਦਾ ਕੇਂਦਰ ਸਰਕਾਰ ਤੇ ਕਿਹੋ ਜਿਹਾ ਅਸਰ ਪਊਗਾ, ਇਹ ਤੇ ਆਉਣ ਵਾਲਾ ਸਮਾਂ ਦੱਸੂਗਾ। ਪਰ ਇਸ ਟਾਈਮ ਦੇ ਉੱਤੇ ਜਿਵੇਂ ਪਾਣੀ ਦੇ ਰਾਖਾ ਕੈਪਟਨ ਸਾਹਿਬ ਨੂੰ ਉਹਦੇ ਪੂਰਾ ਮੰਤਰੀ ਮੰਡਲ ਕਹਿ ਰਿਹਾ ਸੀ, ਤੇ ਦੂਜੇ ਪਾਸੇ ਹੁਣ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਖੜਾ ਹੈ ਕੈਪਟਨ ਅਮਰਿੰਦਰ ਸਿੰਘ, ਤੇ ਇੱਕ ਵੱਡੇ ਫੈਸਲੇ ਲਏ ਗਏ ਆ। 2 ਦਿਨਾਂ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਵੀ ਖੁੱਲ੍ਹ ਕੇ ਸਾਹਮਣੇ ਆ ਗਈਆਂ। ਉਦੋਂ ਇੱਕ ਵੱਡਾ ਤਬਕਾ, ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਜੇ ਅਕਾਲੀ ਦਲ ਦੀ ਗੱਲ ਕਰਦੇ ਹਾਂ, ਜਾਂ ਸਾਰੀਆਂ ਪਾਰਟੀਆਂ ਜਿਹੜੀਆਂ ਕਿ ਵਿਰੋਧੀ ਸੀ, ਕੇਵਲ 2 ਭਾਜਪਾਈ MLA ਨੂੰ ਛੱਡ ਕੇ ਉਹ ਸਾਰੀਆਂ ਇਕਮੁੱਠ ਸੀ। ਪਰ ਅਗਲੇ ਦਿਨ ਹੀ ਪਲਟਵਾਰ ਕਰਨੇ ਵੀ ਚਾਲੂ ਕਰਦੇ ਆ, ਜਿਹਦੇ ਵਿੱਚ ਕਾਂਗਰਸ ਵੀ ਕਹਿ ਰਹੀ ਹੈ ਕਿ ਇਹ ਪਲਟੂ ਆ, ਕਿਉਂਕਿ ਸੁਨੀਲ ਜਾਖੜ ਦਾ ਇੱਕ ਵੱਡਾ ਬਿਆਨ ਹੋ ਚੁੱਕਿਆ ਕਿ ਇਹ ਸਾਰੇ ਨੇਤਾ ਜਿਹੜੇ ਪਲਟੂ ਆ। ਕੱਲ੍ਹ ਸਾਡੇ ਨਾਲ ਕੁਝ ਗੱਲਬਾਤ ਕਰਨ ਰਹੇ ਸੀ, ਇੱਕ ਦਿਨ ਬਾਅਦ ਹੀ ਇਹ ਪਲਟ ਕੇ ਦੂਜੇ ਪਾਸੇ ਹੋ ਚੁੱਕੇ ਆ। ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕਿਹੋ ਜਿਹੀ ਰਣਨੀਤੀ ਤਿਆਰ ਕਰਦੀਆਂ, ਤੇ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀ ਆਪਣੀ ਕਿਹੋ ਜਿਹੀ ਰਣਨੀਤੀ ਤਿਆਰ ਕਰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।